NRI TV देख रहे दर्शकों का स्वागत है जी। तो मैं हरिशपाल सिंह। 84 का दौर किनू याद नहीं है, हर एक दे दिमाग दे विच जदों सन 1984 का जिक्र आता है तो दो तस्वीरां अपने आप दिमाग जिहड़ा है वो शो कर दिंदा, सामने अखां दे दिखाई देण पैंदियां। एक तां जो दिल्ली दे विच कतलेआम होया वो, और दूसरा दरबार साहिब ते दिल्ली सरकार वालों कीता गया हमला। पर उहदे नाल ये जो 1984 के वेले ये मूवमेंट सी, जो सिक्खी का प्रचार सी, जो सिक्खी की चढ़ती कला सी, उहदे विच सब तो वड्डा योगदान अगर किसी संस्था का सी तो उहदे विच दस्सिया जांदा कि आल इंडिया सिख स्टूडेंट फैडरेशन, जिसका ऐसा सहयोग सी, नौजवानों के विच ऐसा जोश सीगा और ऐसी चढ़ती कला वाले नौजवान जिहड़े सी इन्हां नाल जुड़े सी, जिहदे नाल सरकारां नूं भी हत्थां पैरां दी पै गई सी। सो सन 1984 के हमले तो बाद आल इंडिया सिख स्टूडेंट फैडरेशन का की बनिया और उस तो पहला फैडरेशन किवें चलदी सी और ये फैडरेशन की शुरुआत कित्थों हुई। साडे नाल जुड़े ने भाई मनजीत सिंह जी। भाई मनजीत सिंह जी, वाहिगुरू जी का खालसा वाहिगुरू जी की फतेह जी। भाई मनजीत सिंह जी इस वेले फैडरेशन के सरप्रस्त भी ने और उन्होंने नाल SGPC मैंबर भी ने, और सब तो वड्डा जिहड़ा इन्हां नूं माण जिहड़ा प्राप्त है वो ये है कि ये अमर शहीद भाई अमरीक सिंह उन्हां दे छोटे वीर भी ने। सो सिंह साहब, ये जो आल इंडिया सिख स्टूडेंट फैडरेशन है, ये आल इंडिया सिख स्टूडेंट फैडरेशन की सब तो पहले आप शुरुआत की गल करिए कि इसकी शुरुआत कित्थों हुई, किवें हुई? आल इंडिया सिख स्टूडेंट फैडरेशन उन्नी पुरानी है जिन्ना श्रोमणी अकाली दल पुराना है जी। श्रोमणी अकाली दल की पहला स्थापना होती है 1900 अपने 18 20 ते 21 जी जी। श्रोमणी कमेटी ते थोड़े थोड़े साल के टाइम जी जी। और उस तो बाद ਜਿਹੜੇ पंथ के आगू से उन्होंने समझा कि सिखां ਦਾ ਕਿ ਹਰਿਆਵਲ ਦਸਤਾ ਹੋਣਾ ਚਾਹੀਦਾ। जी जी। ਉਹਦੀ ਸਥਾਪਨਾ ਵਾਸਤੇ ਉਹਨਾਂ ਨੇ ਇੱਕ ਲਾਹੌਰ ਦੇ ਵਿੱਚ ਜਿਹੜੀ ਆ ਮੀਟਿੰਗ ਸੱਦੀ ਗਈ जी। ਇਹ 1944 ਦੀ ਗੱਲ ਆ। ਜਿਹੜਾ ਪਹਿਲਾ ਪ੍ਰਧਾਨ ਸੀ ਸਰਦਾਰ ਸਰੂਪ ਸਿੰਘ ਜੀ ਕੱਲਾ जी। ਸਰਦਾਰ ਅਮਰ ਸਿੰਘ ਜੀ ਅਮਾਲਵੀ जी जी। ਔਰ ਉਹਨਾਂ ਦੇ ਜਿਹੜੇ ਸਾਥੀ ਸੀ ਪੁਰਾਣੇ, जी जी। ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਉਹਦੀ ਸਥਾਪਨਾ ਲਾਹੌਰ ਦੇ ਵਿੱਚ ਕੀਤੀ। जी। ਫੈਡਰੇਸ਼ਨ ਦਾ ਕੰਮ ਇਹ ਸੀ ਨੌਜਵਾਨਾਂ ਵਿੱਚ ਸਿੱਖੀ ਚੇਤਨਾ ਪੈਦਾ ਕਰਨੀ, जी। ਉਹਨਾਂ ਨੂੰ ਗੁਰੂ ਨਾਲ ਜੋੜਨਾ, ਬਾਣੀ ਤੇ ਬਾਰੇ ਨਾਲ ਜੋੜਨਾ, ਔਰ ਨਾਲ ਦੇ ਨਾਲ ਗੁਰਮਤ ਟ੍ਰੇਨਿੰਗ ਕੈਂਪ ਲਾ ਕੇ जी। ਉਹਨਾਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਣਾ, ਇਤਿਹਾਸ ਤੋਂ ਜਾਣੂ ਕਰਾਉਣਾ। जी। ਔਰ ਇਹਦੇ ਨਾਲ ਇਹ ਜਿੱਥੇ ਉਹ ਇਹ ਸਾਰੇ ਇਤਿਹਾਸ ਦੀ ਰਖਵਾਲੀ ਵਾਸਤੇ ਫੈਡਰੇਸ਼ਨ ਨੂੰ ਜਿਹੜਾ ਸੀ ਤੇ ਇਹ ਇਤਿਹਾਸ ਨੂੰ ਪ੍ਰਫੁੱਲਤ ਕਰਨ ਵਾਸਤੇ ਪੈਦਾ ਕੀਤਾ ਗਿਆ, जी। ਨੌਜਵਾਨਾਂ ਨੂੰ ਨਾਲ ਜੋੜਨ ਵਾਸਤੇ। ਜੀ। ਉੱਥੇ ਨਾਲ ਦੀ ਨਾਲ ਫੈਡਰੇਸ਼ਨ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੌਕੇ ਤੇ ਸੁਝਾਅ ਦਿੰਦੀ ਰਹੀ ਸਿੱਖ ਰਾਜਨੀਤੀ ਬਾਰੇ। जी। ਤੇ ਇਹ ਇੱਕ ਪਨੀਰੀ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਲੀਡਰਸ਼ਿਪ ਪੈਦਾ ਕਰਕੇ ਵੀ ਦਿੰਦੀ ਰਹੀ। ਜੀ ਲੀਡਰਸ਼ਿਪ ਪੈਦਾ ਕਰਕੇ ਦਿੰਦੀ। जी। सो ये सी आल इंडिया सिख स्टूडेंट फैडरेशन जिन्हों ने आने वाला भविख तय करना सी सिख कौम का ਹਾਂਜੀ। ते सिक्खी का। जो असी गल करिए तुहाडे भराता जी अमर शहीद भाई अमरीक सिंह जी, इन्हां दा ये किनवें प्रधान बनाए गए सी जी आल इंडिया सिख स्टूडेंट फैडरेशन जदों कमांड इन्हां कोल आई ਤਾਂ ਇਹ ਕਿਨਵੇਂ ਮੁਖੀ ਇਸ ਤੋਂ ਪਹਿਲਾਂ ਜਿਹੜਾ ਹੈ ਉਹ ਮੈਂ ਆਪਣਾ ਪ੍ਰੋਫੈਸਰ ਜਗੀਰ ਸਿੰਘ ਜੀ 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 ਜੋ ਬਰਨਾਲਾ ਸਨ, ਉਹ ਇੱਥੇ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ ਸਨ। ਜੀ ਜੀ। ਉਹੋ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ। ਜੀ। ਭਾਈ ਅਮਰੀਕ ਸਿੰਘ ਜੀ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸਨ ਜੀ। ਇਹਨਾਂ ਨੇ MA ਖਾਲਸਾ ਕਾਲਜ ਤੋਂ ਕੀਤੀ ਜੀ ਤੇ PhD ਵੀ ਉੱਥੇ ਹੀ ਕਰ ਰਹੇ ਸੀ। ਇਹ ਗੁਰਦੁਆਰਾ ਸਾਹਿਬ ਦੇ ਕਮਰਾ ਨੰਬਰ 4 'ਚ ਰਹਿੰਦੇ ਸੀ। ਠੀਕ ਹੈ ਜੀ। ਇੱਕ ਹੋਣਹਾਰ ਵਿਦਿਆਰਥੀ ਹੋਣ ਦੇ ਨਾਤੇ ਤੇ ਨਾਲ ਦੀ ਨਾਲ ਸਿੱਖੀ ਸਰੂਪ ਜੀ, ਗਾਤਰਾ, ਪੰਜ ਬਾਣੀਆਂ ਦੇ ਨਿਤਨੇਮੀ ਜੀ ਔਰ ਉਹਦਾ ਹੋਣ ਕਰਕੇ ਜਦੋਂ ਸਾਲਾਨਾ ਸਮਾਗਮ ਹੋਇਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ ਜੀ 1977 'ਚ, ਜੀ, ਤਾਂ ਉਸ ਟਾਈਮ ਤੇ ਸਾਰਾ ਜਰਨਲ ਹਾਊਸ ਜਦੋਂ ਜੁੜਿਆ ਸੀ ਜੀ, ਤਾਂ ਪ੍ਰੋਫੈਸਰ ਜਗੀਰ ਸਿੰਘ ਨੇ ਕਿਹਾ ਹੈ ਕਿ ਮੈਂ ਆਪਣਾ ਜਿਹੜਾ ਫੈਡਰੇਸ਼ਨ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ 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 ਉਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਨੂੰ ਸੌਂਪਦਾ।
ਜੀ 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 ਭਾਈ ਅਮਰੀਕ ਸਿੰਘ ਇੱਕ ਉਹਨਾਂ ਦਾ ਚਿਹਰਾ, ਉਹਨਾਂ ਦਾ ਬੋਲ ਬਾਣੀ ਔਰ ਉਹਨਾਂ ਦਾ ਇੱਕ ਪਰਾਵਾ ਜਿਹੜਾ ਉਹਨਾਂ ਨੇ ਚੋਲਾ ਤੇ ਗੋਲ ਪੱਗ ਬੰਨੀ ਸੀ ਜੀ ਤੇ ਖੁੱਲਾ ਬਾਣਾ ਦਾੜਾ, ਜੀ ਜੀ ਉਹ ਵੇਖ ਕੇ ਤੇ ਨੌਜਵਾਨ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ। ਉਹਨਾਂ ਦੇ ਬੋਲਣ ਦੀ ਸ਼ੈਲੀ ਜਿਹੜੀ ਸੀ ਸਟੇਜ ਦੇ ਉੱਤੇ ਜੀ ਵੱਖਰੇ ਹੀ ਲਫ਼ਜ਼ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੇ ਫੁੱਲ ਕਿਰਦੇ ਸੀ। ਜੀ 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 ਉਹਦੇ ਕਰਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਦੇ ਵਿੱਚ ਜੁੜਨ ਦਾ ਜਿਹੜਾ ਜਜ਼ਬਾ ਬਣਿਆ। ਜੀ 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 ਮੈਂ ਕਿੱਥੇ ਦੱਸ ਦਿਆਂ ਕਿ ਇਸ ਤੋਂ ਪਹਿਲਾਂ ਤਾਂ ਨਕਸਲਾਈਟਾਂ ਦਾ ਜ਼ੋਰ ਸੀ ਜੀ ਉਦੋਂ ਫੈਡਰੇਸ਼ਨ ਦਾ ਇੰਨਾ ਕੋਈ ਦਬਦਬਾ ਨਹੀਂ। ਜੀ ਜੀ ਉਸ ਤੋਂ ਬਾਅਦ ਐਸਐਫਆਈ ਤੇ ਪੀਐਸਯੂ ਆ ਗਈ। ਜੀ ਮੈਨੂੰ ਯਾਦ ਆ ਜਦੋਂ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਬਣੇ ਤਾਂ ਉਦੋਂ ਕਾਮਰੇਟ ਇਹ ਗੱਲਾਂ ਕਹਿੰਦੇ ਵੀ ਸੁਣੇ ਗਏ। ਮੈਂ ਉਦੋਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੇ ਵਿੱਚ ਫੈਡਰੇਸ਼ਨ ਦਾ ਯੂਨਿਟ ਕਾਇਮ ਕੀਤਾ ਸੀਗਾ ਜੀ ਜੀ ਤੇ ਉੱਥੋਂ ਦੀ ਮੁੱਖ ਸੇਵਾਦਾਰ ਵੀ ਮੇਰੇ ਕੋਲੇ ਸੀਗੀ ਜੀ ਤੇ ਉਹ ਇਹ ਗੱਲ ਕਹਿੰਦੇ ਸੁਣੇ ਗਏ ਕਿ ਜੇ ਝੋਨਾ ਲਾਈਏ ਤਰਨਤਾਰਨ ਸਾਹਿਬ ਸਰੋਵਰ ਦੇ ਵਿੱਚ ਤਾਂ ਬੜਾ ਆਊਗਾ। ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਸੀ ਜਿਹੜੀ ਸਿੱਖੀ ਨਾਲੋਂ ਤੋੜਨ ਵਾਲੀਆਂ ਨੌਜਵਾਨਾਂ ਨੂੰ। ਤਾਂ ਉਸ ਟਾਈਮ ਤੇ ਭਾਈ ਅਮਰੀਕ ਸਿੰਘ ਜੀ ਨੇ ਗੁਰਮਤਿ ਟ੍ਰੇਨਿੰਗ ਕੈਂਪ ਲਾ ਕੇ ਕਾਲਜਾਂ ਵਿੱਚ, ਸਕੂਲਾਂ ਵਿੱਚ, ਯੂਨੀਵਰਸਿਟੀਆਂ ਵਿੱਚ ਔਰ ਨਾਲ ਦੀ ਨਾਲ ਜਿੱਥੇ ਇਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਸੀ ਉੱਥੇ ਨਾਲ ਦੀ ਨਾਲ ਇਹਨਾਂ ਨੂੰ ਸੰਯੋਗ ਮਿਲ ਗਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ। ਉਹ ਵੀ ਨੌਜਵਾਨ ਸਨ ਜੀ, ਭਾਈ ਅਮਰੀਕ ਸਿੰਘ ਵੀ ਨੌਜਵਾਨ ਸਨ। ਇਹ ਇੱਕ ਦੋਵਾਂ ਦੀ ਜਿਹੜੀ ਜੋੜੀ ਸੀ, ਮੈਂ ਸਮਝਦਾ ਇਸ ਜੋੜੀ ਨੇ ਇਹ ਭਰਾ ਵੀ ਬਣੇ ਸੀ ਆਪ ਵੀ ਦੀ ਧਰਮ ਦੇ। ਔਰ ਇਸ ਜੋੜੀ ਨੇ ਇੰਨਾ ਰੰਗ ਲਿਆਂਦਾ ਕਿ ਪੰਜਾਬ ਦੇ ਵਿੱਚ ਫੈਡਰੇਸ਼ਨ ਦਾ ਘਰ ਘਰ ਬੋਲਬਾਲਾ ਹੋਇਆ, ਯੂਨੀਵਰਸਿਟੀਆਂ ਕਾਲਜਾਂ ਵਿੱਚ ਬੋਲਬਾਲਾ ਹੋਇਆ। ਜਿਹੜੇ ਲੋਕ ਦਾੜੀ ਤੇ ਕੇਸ ਕੱਟਦੇ ਸਨ ਉਹ ਦਾੜਾ ਖੁੱਲਾ ਰੱਖ ਕੇ ਥੋੜੀ ਦਸਤਾਰ ਬਣ ਕੇ ਗਾਤਰਾ ਸਜਾ ਕੇ ਫੈਡਰੇਸ਼ਨ ਦੇ ਝੰਡੇ ਥੱਲੇ ਆਉਣ ਵਾਸਤੇ ਰਾਤ ਦਿਨ ਨੌਜਵਾਨ ਜਿਹੜੇ ਆਉਣੇ ਸ਼ੁਰੂ ਹੋ ਗਏ। ਜੀ ਜੀ ਧਰਮਯੋਧ ਮੋਰਚਾ ਲੱਗ ਗਿਆ ਔਰ ਫੈਡਰੇਸ਼ਨ ਦੀ ਇੰਨੀ ਚੜ੍ਹਤ ਹੋ ਗਈ, ਸਰਕਾਰ ਨੇ ਬਖਲਾ ਕੇ 19 ਫਰਵਰੀ 1984 ਨੂੰ ਫੈਡਰੇਸ਼ਨ ਨੂੰ ਬੈਨ ਕਰ ਦਿੱਤਾ। ਅੱਛਾ ਜੀ। ਔਰ ਬੈਨ ਕਰਤਾ। ਨੌਜਵਾਨ ਫਿਰ ਉਸ ਤੋਂ ਵੀ ਜ਼ਿਆਦਾ ਉਹਨਾਂ ਨੇ ਕਿਹਾ ਵੀ ਇਹ ਤਾਂ ਜਥੇਬੰਦੀ ਇਹੋ ਹੀ ਆ ਜਿਹੜੀ ਪੰਜਾਬ ਦੀ ਔਰ ਖਾਸ ਕਰਕੇ ਸਿੱਖੀ ਦੀ ਗੱਲ ਕਰਦੀ ਹੈ, ਸਿੱਖ ਇਤਿਹਾਸ ਨਾਲ ਜੋੜਦੀ ਹੈ। ਜੀ ਜੀ। ਸੋ ਇੰਨੀ ਕੁ ਸ਼ਕਤੀ ਟਕਸਾਲ ਦੀ ਤੇ ਭਾਈ ਅਮਰੀਕ ਸਿੰਘ ਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਵੱਧ ਗਈ ਕਿ ਸਰਕਾਰ ਨੇ ਬਖਲਾ ਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ। ਜੀ ਜੀ। ਔਰ ਉਹ ਹਮਲਾ ਟੈਂਕਾਂ ਨਾਲ, ਤੋਪਾਂ ਨਾਲ ਔਰ ਕਮਾਂਡੋਆਂ ਨਾਲ ਜੀ 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 ਬਹੁਤ ਵੱਡਾ ਹਮਲਾ ਸਮੇਂ ਦੀ ਸਰਕਾਰ ਨੇ ਕੀਤਾ। ਪਰ ਉਹਦਾ ਜਵਾਬ ਜਿਹੜਾ ਸੀ ਜੀ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਇਤਿਹਾਸ ਰਚਿਆ ਜੀ। ਉਹਨਾਂ ਨੇ ਇਤਿਹਾਸ ਦੁਹਰਾਇਆ ਵੀ, ਇਤਿਹਾਸ ਰਚਿਆ। ਜਬ ਆਪ ਕਿਉ ਦੰਦਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋਂ। ਔਰ ਥੋੜੇ ਜੇ ਸਿੰਘ ਲੱਖਾਂ ਦੀ ਜਿਹੜੀ ਫੌਜ ਸੀ ਹਿੰਦੁਸਤਾਨ ਦੀ ਚੜ੍ਹ ਕੇ ਆਈ, ਉਹਨਾਂ ਦੇ ਦੰਦ ਖੱਟੇ ਕੀਤੇ ਜੀ। ਔਰ ਉਹ ਹਮਲੇ ਦੇ ਬਾਰੇ ਸਾਰਾ ਸੰਸਾਰ ਜਾਣਦਾ, ਵਿਸ਼ਵ ਜਾਣਦਾ ਜੀ। ਔਰ ਅਕਸਰ ਚਰਚਾ ਹੁੰਦੀ, ਲੋਕ ਅੱਜ ਵੀ ਉਹਨਾਂ ਵੀਡੀਓ ਨੂੰ ਜਦੋਂ ਨੈੱਟ ਦੇ ਉੱਤੇ ਦੇਖਦੇ ਨੇ ਤਾਂ ਫਖਰ ਮਹਿਸੂਸ ਕਰਦੇ ਨੇ। ਔਰ ਜਿਹੜੇ ਉਸ ਸਮੇਂ ਦੇ ਅਸਲੀ ਹੀਰੋ ਨੇ, ਅਸਲੀ ਯੋਧੇ ਨੇ, ਮਜ਼ਾ ਇਸ ਗੱਲ ਦਾ ਹੁੰਦਾ ਜੋ ਦੁਸ਼ਮਣ ਵੀ ਤੁਹਾਡੀ ਤਾਰੀਫ ਕਰੇ। ਤਾਂ ਜਿਹੜੇ ਦੁਸ਼ਮਣ ਸੀ, ਜਿਹੜੇ ਉਸ ਸਮੇਂ ਦੇ ਜਰਨੈਲ ਸੀ ਜਿਨ੍ਹਾਂ ਹਮਲੇ ਕੀਤੇ ਸੀਗੇ, ਜਦੋਂ ਉਹਨਾਂ ਦੀਆਂ ਕਿਤਾਬਾਂ ਫਰੋਲੋ ਤਾਂ ਬੇਸ਼ੱਕ ਉਹ ਸ਼ਬਦ ਜਿਹੜਾ ਮਰਜ਼ੀ ਵਰਤਦੇ ਹੋਣ, ਪਰ ਉਹਨਾਂ ਨੇ ਸੰਤਾਂ ਦੀ ਬਹਾਦਰੀ ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ, ਤੇ ਚਾਹੇ ਅਸੀਂ ਗੱਲ ਕਰੀਏ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਹੋਣਾ ਦੀ, ਤਾਂ ਇਹਨਾਂ ਦੀ ਬਹਾਦਰੀ ਦੇ ਗੁਣਗਾਨ ਆਪਣੀਆਂ ਕਿਤਾਬਾਂ 'ਚ ਲਿਖਣੋਂ ਨਹੀਂ ਰਹਿ ਸਕੇ। ਸੋ ਇਸ ਕਰਕੇ ਜਦੋਂ ਦੁਸ਼ਮਣ ਵੀ ਤਾਰੀਫ ਕਰੇ ਤਾਂ ਸਮਝ ਲਓ ਚੜ੍ਹਦੀ ਕਲਾ ਹੈ ਹੀ ਹੈ। ਸੋ ਭਾਈ ਮਨਜੀਤ ਸਿੰਘ ਜੀ, ਤੁਸੀਂ ਫਿਰ ਫੈਡਰੇਸ਼ਨ ਦੇ ਨਾਲ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਜ਼ਿੰਮੇਵਾਰੀ ਮਿਲ ਗਈ ਜਾਂ ਜੁੜ ਗਈ? ਜ਼ਿੰਮੇਵਾਰੀ ਅਸਲ 'ਚ ਮੈਨੂੰ ਨਹੀਂ ਮਿਲੀ, ਜ਼ਿੰਮੇਵਾਰੀ ਮੇਰੇ ਤੇ ਧੱਕੇ ਨਾਲ ਪਾਈ ਗਈ। ਅੱਛਾ। ਮੈਂ ਇੱਥੋਂ ਇਹ ਜਦੋਂ ਫੜੇ ਗਏ ਆ ਜੀ, 6 ਜੂਨ ਨੂੰ ਅਸੀਂ ਫੜੇ ਗਏ ਆ ਇੱਥੋਂ ਕੋਈ ਇੱਥੋਂ ਕਿੱਥੋਂ? ਆਪਣੇ ਦਰਬਾਰ ਸਾਹਿਬ ਤੋਂ। ਅੱਛਾ ਜੀ। ਇੱਥੋਂ ਜਦੋਂ ਫੜੇ ਗਏ, ਇਸ ਤੋਂ ਬਾਅਦ ਸਾਨੂੰ ਚੁੱਕ ਕੇ ਜੀ, ਕੱਪੜੇ ਪਾੜ ਕੇ, ਕੁੱਟ ਕੇ ਜੀ, ਤੇ ਜ਼ੁਲਮ ਕਰਕੇ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਮੈਂ ਅੱਖਰਾਂ ਨਹੀਂ ਸ਼ਾਇਦ ਨਹੀਂ ਬਿਆਨ ਕਰ ਸਕੂੰਗਾ ਜੀ, ਕਿਉਂਕਿ ਜਿੰਨੀ ਮਾੜੀ ਹਾਲਾਤ ਸੀ ਸਾਡੀ। ਸਾਨੂੰ ਇੱਥੇ ਚੁੱਕ ਕੇ ਤੇ ਮਿਲਟਰੀ ਕੈਂਪ 'ਚ ਲੈ ਗਏ। ਔਰ ਮਿਲਟਰੀ ਕੈਂਪ 'ਚ ਕੋਈ ਐਸਾ ਮਤਲਬ ਜ਼ੁਲਮ ਨਹੀਂ ਸੀ ਜਿਹੜਾ ਸਾਡੇ ਤੇ ਉਹਨਾਂ ਨੇ ਨਾ ਕੀਤਾ ਹੋਵੇ ਜੀ। ਫਿਰ ਉਹਨਾਂ 'ਚੋਂ ਸਕਰੀਨਿੰਗ ਕੀਤੀ ਗਈ। ਕੋਈ ਇੱਕ ਸਰਕਾਰ ਦੇ ਕੋਈ ਜਿਹੜੇ ਟਾਊਟ ਸੀਗੇ, ਹੋ ਸਕਦਾ ਸਿੱਖੀ ਭੇਸ 'ਚ ਹੀ ਹੋਣ, ਉਹਨਾਂ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਬਾਰੀ ਆ ਤੇ ਸ਼ੀਸ਼ਾ ਹੈ ਉਹਦੇ ਮਗਰ ਬੰਦੇ ਨੂੰ ਖਿਲਾਰ ਕੇ
ਤੇ ਇਹ ਥੋੜਾ ਵਿੱਚੋਂ ਕਾਗਜ਼ ਪਾੜ ਕੇ ਤੇ ਉਹਦੇ ਸਾਹਮਣੇ ਸਾਡੀ ਸਕਰੀਨਿੰਗ ਜਿਹੜੀ ਸੰਤ ਜਰਨੈਲ ਸਿੰਘ ਦੇ ਬੰਦੇ ਰਹਿ ਗਏ, ਬਚ ਗਏ ਸੀ, ਕੁਝ ਤਾਂ ਸ਼ਹੀਦ ਹੋ ਗਏ, ਕੁਝ ਫੜੇ ਗਏ, ਉਹਨਾਂ ਬੰਦਿਆਂ ਦੀ ਉੱਥੇ ਸਕਰੀਨਿੰਗ ਜਿਹੜੀ ਸੀ ਉਹ ਲੋਕਾਂ ਤੋਂ ਕਰਾਈ ਗਈ, ਪਾਸੇ ਕੀਤਾ ਗਿਆ। ਇੱਕ ਉੱਥੇ ਵੱਖਰਾ ਕੈਂਪ ਜਿਹੜਾ ਹੋਰ ਜਿਹਦੇ ਚ ਹੀਨੀਅਸ ਆਪਦੇ ਲੋ ਸਮਝਦੇ ਕ੍ਰਾਈਮ ਵਾਲੇ ਬੰਦੇ ਰੱਖੇ ਆ, ਉਹ ਇੱਕ ਵੱਖਰਾ ਕੈਂਪ ਜਿਹੜਾ ਸੀ ਉਹਨਾਂ ਸਾਡੇ ਵਾਸਤੇ ਖਾਸ ਕਰਕੇ ਸੰਤਾਂ ਦੇ ਸਿੰਘਾਂ ਤੇ ਫੈਡਰੇਸ਼ਨ ਵਾਸਤੇ ਬਣਾਇਆ ਗਿਆ, ਜਿੱਥੇ ਜਿੰਨਾ ਜ਼ੁਲਮ ਉੱਥੇ ਹੋਇਆ। ਔਰ ਪਹਿਲਾਂ ਤਾਂ ਕੱਪੜੇ, ਲੱਤਾਂ ਟੁੱਟੀ, ਬਾਂਹ ਟੁੱਟੀ ਕਿਸੇ ਦੀ, ਕਿਸੇ ਦਾ ਖੂਨ ਵਗ ਰਿਹਾ ਸੀ, ਕਿਸੇ ਦੇ ਕੇਸ ਲਿਬੜੇ ਸੀ, ਕਿਸੇ ਦੇ ਜੂਆਂ ਪੈ ਗਈਆਂ ਸੀ, ਔਰ ਖਾਣਾ ਕਿਸੇ ਨੂੰ ਖਾਣ ਨੂੰ ਦਿੰਦੇ ਨਹੀਂ ਸੀ, ਔਰ ਕੋਈ ਸਾਡੀ ਲਿਸਟ ਨਹੀਂ ਸੀ ਵੀ ਸਾਨੂੰ ਕਿਸੇ ਲਿਸਟ 'ਚ ਅਸੀਂ ਹੋਈਏ ਵੀ ਅਸੀਂ ਬਚ ਜਾਵਾਂਗੇ। ਪਰ ਆਂਦੇ ਆ ਜਿਸ ਦਾ ਸਾਹਿਬ ਡਾਡਾ ਹੋਏ ਕਿਸ ਨੂੰ ਮਾਰ ਨਾ ਸਕੇ ਕੋਈ। ਔਰ ਉੱਥੇ ਇਹ ਸਿਲਸਿਲਾ ਜਿਹੜਾ ਸੀ ਤਕਰੀਬਨ 2 ਮਹੀਨੇ ਆ ਜਿਹੜਾ ਇੱਥੇ ਮਿਲਟਰੀ ਕੰਟੋਨਮੈਂਟ ਅੰਮ੍ਰਿਤਸਰ ਦੇ ਵਿੱਚ ਜੀ ਜੀ, ਜੋ ਉੱਥੇ ਜਹਾਲਤ ਦੀ ਜ਼ਿੰਦਗੀ ਅਸੀਂ ਜਿਉਈ ਆ। ਔਰ ਪ੍ਰਸ਼ਾਦਾ ਫੜਾ ਕੇ ਮਗਰ ਕੁੱਤੇ ਨੂੰ ਛੱਡ ਦੇਣਾ, ਲੱਤਾਂ ਪੜਵਾ ਦੇਣੀਆਂ ਔਰ ਸੰਗੀਨਾਂ ਮਾਰਨੀਆਂ, ਠੁੱਡ ਮਾਰਨੇ। ਤੇ ਮੈਂ ਸਮਝਦਾ ਹੈ ਕਿ ਜਿੰਨਾ ਜ਼ੁਲਮ ਉੱਥੇ ਹੋਇਆ ਉਹਦਾ ਜ਼ੁਲਮ ਜੇ ਮੈਂ ਅੱਖਰਾਂ ਨਾਲ ਹੀ ਬਿਆਨ ਸਕਦਾ ਉਹ ਤਾਂ ਨਹੀਂ ਕਰ ਸਕਦਾ। ਇੱਥੋਂ ਮਗਰੋਂ ਸਾਨੂੰ ਚੁੱਕ ਕੇ ਤੇ ਨਾਭੇ ਜੇਲ੍ਹ ਵਿੱਚ ਸਿੱਟਤਾ। ਠੀਕ ਹੈ ਜੀ। ਨਾਭੇ ਜੇਲ੍ਹ ਵਿੱਚ ਫਿਰ ਆਪਣੀ ਇੰਟਰੋਗੇਸ਼ਨ ਹੋਈ। ਕਦੇ ਫੜਿਆ ਬੰਦਿਆਂ ਦੀ ਜੇਲ੍ਹ 'ਚ ਇੰਟਰੋਗੇਸ਼ਨ ਨਹੀਂ ਹੋਈ। ਇਹ ਪਹਿਲੀ ਵਾਰ ਸੀ ਕਿ ਕੋਈ ਕਾਨੂੰਨ ਨਹੀਂ ਕਹਿੰਦਾ ਦੁਨੀਆ ਦਾ ਵੀ ਜੇਲ੍ਹ 'ਚ ਵੀ ਤੁਸੀਂ ਜਾ ਕੇ ਤੇ ਤੁਸੀਂ ਤਸ਼ੱਦਦ ਕਰੋ, ਇੰਟਰੋਗੇਸ਼ਨ ਸੈਂਟਰ ਬਣਾਓ। ਫਿਰ ਕਿਸੇ ਨੇ ਉੱਥੇ ਰਿਟ ਕਰਤੀ ਤੇ ਉੱਥੋਂ ਚੁੱਕ ਕੇ ਜਿਹੜਾ ਆਪਣਾ ਇੰਟਰੋਗੇਸ਼ਨ ਸੈਂਟਰ ਸੀ ਉਹ ਲੱਦਾ ਕੋਠੀ ਨੂੰ ਬਣਾਤਾ। ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਨੇ ਇੱਕ ਉੱਥੇ ਬਾਹਰ ਫਾਰਮ ਹਾਊਸ ਬਣਾਇਆ ਲੱਦਾ ਕੋਠੀ, ਸੁਣਿਆ ਹੋਣਾ ਤੁਸੀਂ, ਅੱਜ ਕੱਲ੍ਹ ਉਹ ਟ੍ਰੇਨਿੰਗ ਦਾ ਸੈਂਟਰ ਬਣਿਆ ਜੀ। ਔਰ ਉੱਥੇ ਫਿਰ ਜਿੰਨਾ ਜ਼ੁਲਮ ਉੱਥੇ ਹੋਇਆ, ਮੈਂ ਸਮਝਦਾ ਉੱਥੇ ਲੰਘਦਾ ਸੀ ਵੇਦੀ ਉਹਦੇ ਸੁਗਾ ਜਿਹਾ, ਤੇ ਸਭ ਤੋਂ ਵੱਧ ਮੈਨੂੰ ਰੱਖਿਆ ਗਿਆ ਉੱਥੇ ਮਹੀਨਾ। ਤੇ ਕੁੱਟ ਕੇ ਇੰਟਰੋਗੇਟ ਕਰਕੇ ਘੋਟਨੇ ਫੇਰ ਕੇ ਤੇ ਉਹਨੂੰ ਜਦੋਂ ਵਦਮ ਹੋਇਆ ਜਾਂਦਾ ਚੁੱਕ ਕੇ ਤੇ ਉਹ ਨਹਿਰ 'ਚ ਸੁੱਟ ਦਿੰਦੇ ਸੀ। ਸਿਆਲ ਦੇ ਦਿਨ ਸੀ ਤੇ ਮਹਾਰਾਜ ਸੱਚੇ ਪਾਤਸ਼ਾਹੀ ਉਹਦਾ ਬਚਾਉਣ ਵਾਲਾ ਸੀ ਤੇ ਪਤਾ ਨਹੀਂ ਲੱਗਦਾ ਵੀ ਬਚਣਾ ਕਿ ਨਹੀਂ ਬਚਣਾ। ਪਰ ਗੁਰਮੇਰ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਔਰ ਉਸ ਟਾਈਮ ਤੇ ਇੱਕ ਦੋ ਘਟਨਾ ਹੋਈਆਂ ਉਹ ਮੈਂ ਥੋੜ੍ਹੀਆਂ ਦੱਸਣੀਆਂ ਚਾਹੁੰਦਾ ਜੀ। ਬਿਲਕੁਲ। ਜਦੋਂ ਉੱਥੇ ਜੇਲ੍ਹ ਦੇ ਵਿੱਚ ਅਸੀਂ ਗਏ ਤੇ ਉਦੋਂ ਜੇਲ੍ਹ 'ਚ ਅੱਖਾਂ ਬੰਦ ਸੀ ਤੇ ਅੱਖਾਂ ਬੰਨ੍ਹ ਕੇ ਇੰਟਰੋਗੇਸ਼ਨ ਸੈਂਟਰ ਤੇ ਜਾਂਦੇ ਸੀ। ਮੈਨੂੰ ਬੜਾ ਇਸ ਗੱਲ ਦਾ ਗਿਲਾ ਆਇਆ। ਮੈਂ ਦੂਜੇ ਬੈਚ 'ਚ ਗਿਆ ਹਾਂ ਇੱਥੋਂ ਆਪਣੇ ਮਿਲਟਰੀ ਕੈਂਪ 'ਚੋਂ। ਜਦੋਂ ਮੈਂ ਪਹਿਲੇ ਜਿਹੜੇ ਸਾਡੇ ਤੋਂ ਜ਼ਿਆਦਾ ਜ਼ਿੰਮੇਵਾਰੀ ਬੰਨੀਆਂ ਵੇਖੀਆਂ ਤੇ ਮੈਂ ਆਖਿਆ ਵੀ ਇੱਥੇ ਹੁਣ ਤੈਨੂੰ ਕੁਰਬਾਨੀ ਕਰਨੀ ਪੈਣੀ, ਸ਼ਹੀਦੀ ਤੈਨੂੰ ਹੀ ਦੇਣੀ ਪੈਣੀ ਹੈ, ਕਿਉਂਕਿ ਸੰਘਰਸ਼ ਆਪਣੇ ਤੋਂ ਸ਼ੁਰੂ ਹੋਇਆ ਸੀ। ਉਹ ਜਦੋਂ ਸਾਡੀਆਂ ਸਵੇਰੇ ਵਾਹਵਾ ਆਪਣੀ ਅੱਖਾਂ ਬੰਨ੍ਹਣ ਵਾਸਤੇ ਆਏ, ਮੈਂ ਆਖਿਆ ਮੈਂ ਨਹੀਂ ਬਣਾਉਣੀ। ਉਹ ਕਹਿੰਦੇ ਤੂੰ ਬਣਾਉਣੀਆਂ ਪੈਣੀਆਂ, ਸਾਰੇ ਬਣਾ ਕੇ ਗਏ। ਮੈਂ ਕਿਹਾ ਮੈਂ ਨਹੀਂ ਬਣਾਉਣੀ, ਭਾਵੇਂ ਮੈਨੂੰ ਮਾਰ ਦਿਓ ਤੇ ਭਾਵੇਂ ਮੈਨੂੰ ਤੁਸੀਂ ਪੁੱਠੇ ਟੰਗ ਦਿਓ। ਉਹ 10 ਚੱਕੀਆਂ ਸੀ, ਬਾਕੀ 9 ਜਿਹੜੇ ਬੰਦੇ ਸੀ ਨਾ ਉਹਨਾਂ ਨੂੰ ਪਰੇ ਕਰਕੇ ਉਹਨਾਂ ਦੀਆਂ ਬੰਨ੍ਹਤੀਆਂ ਅੱਖਾਂ ਬੰਨ੍ਹ ਕੇ, ਤੇ ਜਿੱਥੇ ਫਾਂਸੀ ਵਾਲੀਆਂ ਚੱਕੀਆਂ ਸੀ ਉਹਦੇ 'ਚ ਇੰਟਰੋਗੇਸ਼ਨ ਹੁੰਦੀ ਸੀ। ਮੇਰੀਆਂ ਦੀ ਬੱਦੀਆਂ ਕਿਉਂਕਿ ਮੈਂ ਵੇਰਿਆ ਤੇ ਮੈਨੂੰ ਉੱਥੇ ਮਗਰ ਕਿੱਲਾ ਕੁ ਮਗਰ ਮੈਨੂੰ ਲਈ ਜਾਂਦੇ, ਅੱਗੇ ਉਹ ਸਿੰਘ ਤੁਰੇ ਜਾਣ। ਮੈਨੂੰ ਉਹਨਾਂ ਨੂੰ ਮਿਲਣਾ ਦੇਣ, ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਵੀ ਖੋਲ ਦਿਓ। ਜਦੋਂ ਮਿਲਣਾ ਦੇਣ ਉੱਥੇ ਜਦੋਂ ਚਲੇ ਗਏ ਤੇ ਆਪਣੇ ਉਹ ਸੈਂਟਰ ਦੇ ਵਿੱਚ, ਤੇ ਮੈਂ ਧੱਕੇ ਨਾਲ ਪੁਲਿਸ ਵਾਲੇ ਨੂੰ ਧੱਕਾ ਜਾ ਮਾਰ ਕੇ ਪਰੇ ਕਰਕੇ ਤੇ ਮੈਂ ਉਹਨਾਂ ਨੂੰ ਅੰਦਰ ਜਾ ਕੇ ਆਖਿਆ ਖੋਲ ਦਿਓ ਅੱਖਾਂ। ਉਹਨਾਂ ਦੇ ਭੈਣੇ ਮੈਂ ਪੁਲਿਸ ਵਾਲਾ ਹੀ ਹਾਂ, ਕਿਉਂਕਿ ਮੇਰਾ ਬੋਲਣ ਦਾ ਲਹਿਜਾ ਇਹੋ ਜਿਹਾ ਸੀ। ਮੈਨੂੰ ਮੇਰੇ ਦਿਲ 'ਚ ਗੁੱਸਾ ਤੇ ਰੋਸ ਸੀ। ਉਹ ਮੈਨੂੰ ਆਂਦੇ ਸਰਦਾਰ ਜੀ ਤੁਸੀਂ ਕੌਣ ਜੇ? ਮੈਂ ਆਖਿਆ ਮੈਂ ਭਾਈ ਮਨਜੀਤ ਸਿੰਘ, ਭਰਾ ਤੁਹਾਡਾ। ਉਹ ਆਂਦਾ ਉਹਨਾਂ ਨੇ ਨਾ ਹੌਸਲੇ ਨਾਲ ਉਹਨਾਂ ਨੇ ਵੀ ਖੋਲਤੀਆਂ। ਉਹ ਮਿਲਟਰੀ ਵਾਲੇ ਜਿਹੜੇ ਇੰਟਰੋਗੇਸ਼ਨ ਵਾਲੇ ਆ, CBI IB ਜਿੰਨੀਆਂ ਇੰਟੈਲੀਜੈਂਸੀਆਂ ਸੀ, ਉਹ ਕਹਿੰਦੇ ਆ ਤੁਸੀਂ ਆਹ ਜਿਹੜਾ ਕੰਮ ਮਾੜਾ ਕੀਤਾ। ਮੈਂ ਕਿਹਾ ਕੋਈ ਕਾਨੂੰਨ ਨਹੀਂ ਦੁਨੀਆ ਦਾ, ਜੇਲ੍ਹ ਦੇ ਵਿੱਚ ਤੁਸੀਂ ਸਾਡੀ ਅੱਖਾਂ ਬੰਨ੍ਹੋ ਤੇ ਸਾਨੂੰ ਇੰਟਰੋਗੇਟ ਕਰੋ। ਉਹ ਮੈਂ ਸਾਰਿਆਂ ਨੇ ਖਿਲਾਈਆਂ। ਉਸ ਤੋਂ ਬਾਅਦ ਜਿੰਨਾ 300-400 ਬੰਦਾ ਗਿਆ, ਫਿਰ ਕਿਸੇ ਦੀ ਜ਼ਰੂਰਤ ਨਹੀਂ ਪਈ ਉਹਨਾਂ ਦੀਆਂ ਅੱਖਾਂ ਬੰਨ੍ਹਣ ਦੀ। ਉਹਨਾਂ ਕਿਹਾ ਵੀ ਇੱਥੇ ਹੁਣ ਜ਼ੋਰ ਪਏਗਾ ਨਾ, ਉਹਨਾਂ ਚੁੱਕ ਕੇ ਲੱਦਾ ਕੋਠੀ ਸੈਂਟਰ ਬਣਾਤਾ। ਠੀਕ ਹੈ। ਫਿਰ ਸਾਡੀਆਂ ਅੱਖਾਂ ਉੱਥੇ ਬੰਨ੍ਹਣ ਡੇ ਪਏ, ਉੱਥੇ ਇੰਟਰੋਗੇਟ ਹੋਏ। ਔਰ ਉਸ ਤੋਂ ਬਾਅਦ ਜਦੋਂ ਉੱਥੋਂ ਇੰਟਰੋਗੇਟ ਹੋ ਕੇ ਆਏ ਆ ਤੇ ਜੇਲ੍ਹ ਦੇ ਵਿੱਚ ਇੱਕ ਮੀਟਿੰਗ ਹੋਈ ਸਾਰੇ ਆਪਣੇ ਸਿੰਘਾਂ ਦੀ। ਕਾਫੀ ਮੁੰਡੇ ਉੱਥੇ ਜੇ ਟਕਸਾਲ ਫੈਡਰੇਸ਼ਨ ਦੇ ਸੀ ਨੌਜਵਾਨ, ਜਿਹਦੇ 'ਚ ਗੁਰਸੇਵ ਸਿੰਘ ਹਰਪਾਲਪੁਰ, ਆਪਣੇ ਸੁਖਵੰਤ ਸਿੰਘ ਅੱਕਾਂ ਵਾਲੀ, ਭੁਪਿੰਦਰ ਸਿੰਘ ਲੌਂਗੀਆ, ਔਰ ਸਾਡੇ ਚਾਚਾ ਜੀ ਸਤਿਕਾਰਯੋਗ ਹੁਣ ਤਾਂ ਨਹੀਂ ਰਹੇ ਦਲਾਰ ਸਿੰਘ ਖੋਜਕੀਪੁਰ, ਹਰਮਿੰਦਰ ਸਿੰਘ ਗਿੱਲ, ਹੋਰ ਜਿੰਨੇ ਨੌਜਵਾਨ ਸੀ ਜਾਂ ਟਕਸਾਲ ਦੇ ਸੀਗੇ ਉਹ ਸਿੰਘ, ਉਹਨਾਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਕਿ ਆਪਾਂ ਟਕਸਾਲ ਤਾਂ ਹੁਣ ਸੰਤ ਤਾਂ ਸ਼ਹੀਦ ਹੋ ਗਏ,
ਤੇ ਉਹ ਤਾਂ ਆਪਾਂ ਕੁਝ ਕਰ ਨਹੀਂ ਸਕਦੇ। ਆਪਾਂ ਕੋਈ ਫੈਡਰੇਸ਼ਨ ਦਾ ਬਣੂ ਤਾਂ ਬਣੀਏ, ਕਮ ਸੇ ਕਮ ਆਪਣੀ ਗੱਲ ਤਾਂ ਕੋਈ ਕਰੂਗਾ ਜੇਲ੍ਹ ਦੇ ਵਿੱਚ ਹੀ। ਜੀ 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 ਜਦੋਂ ਕਿ ਸਾਨੂੰ ਮਿਲ ਨਹੀਂ ਦਿੰਦੇ ਜੀ। ਇਹ ਸਾਰੇ ਸਿੰਘ ਜਿਹੜੇ ਆ, ਇਹਨਾਂ ਨੇ ਜ਼ੋਰ ਪਾਇਆ ਕਿ ਗੁਰਦੁਆਰਾ ਸਾਹਿਬ 'ਚ ਸਾਨੂੰ ਇਕੱਠੇ ਕਰੋ, ਅਸੀਂ ਸੰਗਰਾਂਦ ਬਣਾਉਣੀ ਆ ਜੀ। ਜਦੋਂ ਉਹਨਾਂ ਨੇ ਇਕੱਠੇ ਕੀਤਾ ਤੇ ਉਹਨਾਂ ਸਿੰਘਾਂ ਨੇ ਕਿਹਾ ਵੀ ਅਸੀਂ ਭਾਈ ਮਨਜੀਤ ਸਿੰਘ ਜੀ ਤੁਹਾਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਆ। ਠੀਕ ਹੈ। ਮੈਂ ਕਿਹਾ ਮੈਂ ਇਕੱਲਾ ਰਹਿ ਗਿਆ, ਮੈਂ ਨਹੀਂ ਪੜਨਾ। ਮੇਰਾ ਪਿਤਾ ਵੀ ਚੱਲ ਪੰਥ ਦੇ ਲੇਖੇ ਲੱਗ ਗਿਆ, ਮੇਰਾ ਭਰਾ ਵੀ ਲੱਗ ਗਿਆ, ਤੁਸੀਂ ਮੈਨੂੰ ਰਹਿਣ ਦਿਓ, ਹੋਰ ਕੋਈ ਸਿੰਘ ਬਣਾ ਲਓ। 5 ਸਿੰਘਾਂ ਨੇ ਮੈਨੂੰ ਗੁਰਦੁਆਰਾ ਸਾਹਿਬ 'ਚ ਹੁਕਮ ਕੀਤਾ ਜੀ ਵੀ ਮਰਨ ਤੋਂ ਡਰਦਾ? ਮੈਂ ਕਿਹਾ ਨਹੀਂ, ਮਰਨ ਤੋਂ ਨਹੀਂ ਡਰਦਾ, ਮੈਂ ਪਰਿਵਾਰ ਦੀ ਜ਼ਿੰਮੇਵਾਰੀ ਆ। ਕਹਿੰਦੇ ਫਿਰ ਬਣਨਾ ਪੈਣਾ। ਉਹਨਾਂ 5 ਸਿੰਘਾਂ ਨੇ ਹੁਕਮ ਕਰਕੇ ਮੈਨੂੰ ਉਸ ਤਰੀਕ ਦੇ ਵਿੱਚ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ। ਔਰ ਬੇਵਕਤੀ ਸੇਵਾ ਜਿਹੜੀ ਸੀ ਉਹ ਮੈਨੂੰ ਸੌਂਪੀ ਗਈ, ਸੇਵਾਦਾਰ ਬਣਾਇਆ ਗਿਆ। ਜੀ ਬਿਲਕੁਲ। ਜਿਸ ਸਮੇਂ ਤੁਹਾਨੂੰ ਫੈਡਰੇਸ਼ਨ ਦੇ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਫੈਡਰੇਸ਼ਨ ਦੇ ਪ੍ਰਧਾਨ ਬਣਨ ਤੋਂ ਬਾਅਦ, ਕਿਉਂਕਿ ਤੁਸੀਂ ਕੋਈ ਆਮ ਸ਼ਖਸੀਅਤ ਨਹੀਂ ਸੀ, ਤੁਹਾਡਾ ਜਦੋਂ ਜ਼ਿਕਰ ਆਉਂਦਾ ਸੀ, ਭਾਈ ਮਨਜੀਤ ਸਿੰਘ ਦਾ ਜ਼ਿਕਰ ਆਉਂਦਾ ਸੀ, ਤੇ ਭਾਈ ਮਨਜੀਤ ਸਿੰਘ ਦੇ ਪਿਛੋਕੜ ਵਾਲਾ ਅਗਰ ਝਾਤੀ ਮਾਰਦੇ ਸੀ, ਉਹਦੇ ਵੱਡੇ ਵਡੇਰਿਆਂ ਵੱਲ ਝਾਤੀ ਮਾਰਦੇ ਸੀਗੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਦਿਖਾਈ ਦਿੰਦੇ ਸੀ। ਉਹਨਾਂ ਨੂੰ ਪਤਾ ਚੱਲਦਾ ਸੀਗਾ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜਿਹੜਾ ਯੋਧਾ ਹੈ, ਉਹਦਾ ਇਹ ਵੀਰ ਹੈ। ਸੋ ਜਦੋਂ ਤੁਹਾਨੂੰ ਜ਼ਿੰਮੇਵਾਰੀ ਮਿਲ ਗਈ ਫੈਡਰੇਸ਼ਨ ਦੀ, ਤਾਂ ਉਹਦੇ ਤੋਂ ਬਾਅਦ ਫਿਰ ਅਗਲਾ ਸਫ਼ਰ ਕੈਸਾ ਸੀ? ਔਖਾ ਸੀ, ਆਸਾਨ ਸੀ, ਜਾਂ ਫਿਰ ਬਹੁਤ ਮੁਸ਼ਕਿਲ? ਮੈਂ ਕੰਡਿਆਂ ਦੀ ਸੇਜ ਸੀ ਜੀ। ਮੈਨੂੰ ਜਦੋਂ ਸੇਵਾ ਮਿਲੀ ਆ ਨਾ ਜੀ, ਇਹ ਕੰਡਿਆਂ ਦੀ ਸੇਜ ਸੀ। ਹੁਣ ਤਾਂ ਮੈਂ ਮੌਜੂਦਾ ਗੱਲ ਕਰਾਂ ਤੇ ਕਈ ਸਿੰਘ ਚੀਜੀ ਨੂੰ ਖੂਨ ਲਾ ਕੇ ਤੇ ਉਹ ਸ਼ਹੀਦ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਨੇ। ਮੈਂ ਉਹਨਾਂ ਬਾਰੇ ਨਹੀਂ ਕਹਿਣਾ, ਕਿਉਂਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਜੀ ਜੀ। ਜਦੋਂ ਮੈਨੂੰ ਇਹ ਸੇਵਾ ਮਿਲੀ ਸੀ, ਮੈਂ ਸਮਝਦਾ ਹਾਂ ਵੀ ਪਤਾ ਨਹੀਂ ਹੁਣ ਅਸੀਂ ਕਿੰਨੇ ਕੁ ਦਿਨ ਹੈਗੇ ਹੋਰ। ਜੀ ਜੀ। ਕਿਉਂਕਿ ਉਦੋਂ ਜੇਲ੍ਹਾਂ ਚੋਂ ਕੱਢ ਵੀ ਮਰੀ ਜਾਂਦੇ ਸੀ ਜੀ। ਤੇ ਉਸ ਤਰ੍ਹਾਂ ਵੀ ਜਿਹੜਾ ਰਿਮਾਂਡ ਤੇ ਲੈ ਜਾਂਦੇ ਸੀ, ਜਿਨ੍ਹਾਂ ਦੇ ਕੇਸ ਸੀ ਬਾਹਰ ਲਿਆ ਕੇ, ਜੀ ਜੀ ਜੀ, ਉਹਨਾਂ ਨੂੰ ਵੀ ਮਾਰੀ ਜਾਂਦੇ ਸੀ। ਮਿਲਟਰੀ ਦੇ ਵਾਲੇ ਮਾਰੀ ਜਾਂਦੇ ਸੀ, ਪੁਲਿਸ ਵਾਲੇ ਮਾਰੀ ਜਾਂਦੇ ਸੀ। ਜ਼ੁਲਮੋ ਸ਼ਿਤਮ ਇੰਨਾ ਹੀ ਕਿ ਉਹ ਅੱਖਰਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਮੇਰੀ ਮਾਂ ਵੀ ਸ਼ੇਰ ਨਹੀਂ ਸੀ, ਮਾਤਾ ਨਿਰੰਜਨ ਕੌਰ। ਕੀ ਬਾਤ ਹੈ ਜੀ। ਜਦੋਂ ਮੇਰਾ ਰਿਮਾਂਡ ਉੱਥੇ ਲੈ ਕੇ ਗਏ ਸੀ ਲੱਧਾ ਕੋਠੀ, ਤੇ ਮੈਨੂੰ ਉਹਨਾਂ ਨੇ 10 ਦਿਨ ਨਾ ਕੁਝ ਖਾਣ ਦਿੱਤਾ ਹੈ, ਨਾ ਪੀਣ ਦਿੱਤਾ ਹੈ, ਨੀਂਦਰਾ ਦੇ ਕੇ ਮੈਨੂੰ ਸਭ ਕੁਝ ਪੁੱਛਦੇ ਸੀ, ਪਰ ਮੇਰੇ ਤੇ ਕੇਸ ਕੋਈ ਨਹੀਂ ਸੀ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਮੇਰੇ ਤੇ ਕੇਸ ਪਾ ਦਿਓ, ਪਰ ਮੈਨੂੰ ਇੰਨਾ ਪਰੇਸ਼ਾਨ ਤੰਗ ਨਾ ਕਰੋ। ਤੇ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਇੱਥੇ, CBI ਝੂਠਾ ਕੇਸ ਨਹੀਂ ਸੀ ਪਾਉਂਦੇ ਜੀ। ਪੰਜਾਬ ਪੁਲਿਸ ਨੂੰ ਮੈਂ ਕਿਹਾ ਤੁਸੀਂ ਪਾ ਦਿਓ, ਮੈਨੂੰ ਤੰਗ ਜੋ ਕਰਦੇ ਹੋ ਤੇ ਤੁਸੀਂ ਕੇਸ ਪਾ ਦਿਓ। ਉਹ CBI ਵਾਲਿਆਂ ਦੇ ਇਹ, ਮੈਂ ਕਿਹਾ ਨਹੀਂ ਕੇਸ ਹੈਗਾ, ਤੁਹਾਨੂੰ ਪਤਾ ਨਹੀਂ, ਮੈਂ ਦੱਸਦਾ ਕਿਹੜਾ ਕੇਸ ਆ। ਕਹਿੰਦੇ ਕਿਹੜਾ? ਮੈਂ ਕਿਹਾ ਮੈਂ ਭਾਈ ਅਮਰੀਕ ਸਿੰਘ ਦਾ ਭਰਾ ਤੇ ਸੰਤ ਕਰਤਾਰ ਸਿੰਘ ਦਾ ਬੇਟਾ, ਜਿਹੜੇ ਦੇਸ਼ ਦੇ ਇਸ ਵੇਲੇ ਜਿਹੜੇ ਨੇ ਉਹ ਬਾਗੀ ਨੇ, ਤੇ ਉਹ ਸਭ ਤੋਂ ਵੱਡਾ ਕੇਸ ਮੇਰੇ ਤੇ ਪਾ ਦਿਓ, ਮੈਨੂੰ ਪਰੇਸ਼ਾਨ ਕਿਉਂ ਕਰਦੇ? ਲੇਕਿਨ ਮੇਰੇ ਤੇ ਜੋਧਪੁਰ ਜੇਲ੍ਹ ਵਾਲਾ ਕੇਸ ਜਿਹੜਾ ਇੱਥੇ ਵੇਜਿੰਗ ਵਾਰ ਅਗੇਂਸਟ ਦਾ ਸਟੇਟ, ਮੇਰੇ ਤੇ ਮੇਰੇ ਸਾਥੀਆਂ ਤੇ ਉਹ ਪਾਤਾ, ਜਿਹੜੇ ਅਸੀਂ ਜੋਧਪੁਰ ਜੇਲ੍ਹ ਦੇ ਵਿੱਚ ਇੱਥੋਂ ਸਾਨੂੰ ਚੁੱਕ ਕੇ ਬਾਹਾਂ ਬੰਨ੍ਹ ਕੇ, ਪਿੱਛੇ ਬਾਹਾਂ ਬੱਧੀਆਂ ਸੀ, ਤੇ ਗਾਉਣ ਪਾ ਕੇ ਜਿਹੜੇ ਫਾਂਸੀ ਵਾਲੇ ਆ, ਸਾਨੂੰ ਜਹਾਜ਼ 'ਚ ਬਿਠਾ ਕੇ ਤੇ ਜੋਧਪੁਰ ਜੇਲ੍ਹ 'ਚ ਉਹ ਲੈ ਕੇ ਗਏ। ਸਾਨੂੰ ਨਹੀਂ ਪਤਾ ਵੀ ਜੇਲ੍ਹ ਦਾ ਬੂਹਾ ਕਿਹੜੇ ਪਾਸੇ ਆ, ਉੱਥੇ ਪਤਾ ਨਹੀਂ ਸਾਨੂੰ, ਇਹ ਹਾਲਾਤ ਐਸੇ ਸੀ ਜੀ ਜੀ। ਲੇਕਿਨ ਉੱਥੇ ਸਹੀਏ ਜਦੋਂ ਉੱਥੋਂ ਦੇ ਲੋਕਾਂ ਨੇ, ਉੱਥੇ ਦੇ ਐਡਮਿਨਿਸਟ੍ਰੇਸ਼ਨ ਨੇ ਵੇਖਿਆ ਵੀ ਜਿਹੜੀ ਗੱਲ ਸਰਕਾਰ ਕਰਦੀ ਆ ਵੀ ਇਹ ਤਾਂ ਬੰਦੇ ਨਹੀਂ, ਇਹ ਤਾਂ ਖਾੜਕੂ ਹੈ, ਇਹ ਤਾਂ ਮਾੜਾ ਬੋਲਦੇ ਆ। ਜਦੋਂ ਉਹਨਾਂ ਸਾਡੇ ਨਾਲ ਉੱਥੇ ਮਹੀਨਾ 2 ਮਹੀਨੇ 3 ਮਹੀਨੇ ਰਹੇ, ਉਹਨਾਂ ਸਾਡਾ ਵਤੀਰਾ ਵੇਖਿਆ, ਉਹ ਲੋਕ ਕਹਿਣ ਡਏ ਪਏ ਵੀ ਇਹ ਤਾਂ ਬੰਦੇ ਚੰਗੇ ਭਲੇ ਆ, ਪੜ੍ਹੇ ਲਿਖੇ ਆ, ਸਿਆਣੇ ਆ, ਔਰ ਉਹ ਥੋੜੀ ਜਿਹੀ ਸਾਡੇ ਨਾਲ ਉਹਨਾਂ ਦੀ ਹਮਦਰਦੀ ਜਿਹੜੀ ਸੀ ਉਹ ਸਹੀ ਹੋਣ ਲੱਗ ਪਈ। ਜੀ ਜੀ ਸਹੀ ਹੈ ਜੀ। ਤੇ ਭਾਈ ਮਨਜੀਤ ਸਿੰਘ ਜੀ, ਜੋ ਪੰਜਾਬ ਦੇ ਵਿੱਚ ਫੈਡਰੇਸ਼ਨ ਜਿਹੜੀ ਹੈ ਉਹ ਉੱਠਣੀ ਸ਼ੁਰੂ ਹੋ ਗਈ ਜਦੋਂ 84 ਤੋਂ ਬਾਅਦ ਦੀ ਹਮਲੇ ਤੋਂ ਬਾਅਦ ਦੀ ਗੱਲ ਕਰਾਂ, ਉਹਦੇ ਬਾਅਦ ਫੈਡਰੇਸ਼ਨ ਜਿਹੜੀ ਹੈ ਹੌਲੀ ਹੌਲੀ ਖਾਤਮੇ ਵੱਲ ਕਿਵੇਂ ਚਲੀ ਗਈ? ਮੈਂ ਬੇਨਤੀ ਕਰਨੀ ਚਾਹੁੰਦਾ, ਮੈਂ ਪਹਿਲਾਂ ਤੁਹਾਨੂੰ ਥੋੜੀ ਜੇਲ੍ਹ ਦੀ ਗੱਲ ਸੁਣਾ ਦਿਆਂ। ਮੈਂ ਆਪਾਂ ਜੇਲ੍ਹ ਦਾ ਐਪੀਸੋਡ ਜਿਹੜਾ, ਕਿਉਂਕਿ ਉਹ ਨਾਲ ਜੁੜਦੀ ਆ, ਕਰੋ ਤੁਸੀਂ। ਜੋਧਪੁਰ ਜੇਲ੍ਹ ਦੇ ਵਿੱਚ ਜਦੋਂ ਸਾਡੀ ਫੇਰ ਇੰਟਰੋਗੇਸ਼ਨ ਇੱਥੋਂ ਜਾ ਕੇ ਸ਼ੁਰੂ ਹੋ ਗਈ ਜੀ, ਜਦੋਂ ਜੇਲ੍ਹ ਦੇ ਵਿੱਚ ਇੰਟਰੋਗੇਸ਼ਨ ਸ਼ੁਰੂ ਹੋ ਗਈ, ਤਾਂ ਉਸ ਟਾਈਮ ਤੇ ਸਰਕਾਰ ਨੇ ਸੋਚਿਆ ਵੀ ਇਹ ਮੁੰਡਿਆਂ ਨੂੰ ਕੁੱਟਿਆ ਬੜਾ ਜੀ, ਕਿਉਂਕਿ ਕਈ ਬੰਦੇ ਉੱਥੇ ਨਾ ਜਿਹੜੇ ਆਉਂਦੇ ਸੀ ਵੱਡੇ ਅਫਸਰ, ਉਹਨਾਂ ਨੇ ਵੇਖਿਆ ਵੀ ਇਹਨਾਂ ਲੋਕਾਂ ਨੂੰ ਕੁੱਟਿਆ ਬੜਾ, ਟੈਰੋਕੇਸ਼ਨ ਬੜਾ ਕੀਤਾ, ਪਰ ਇਹਨਾਂ ਦਾ ਮਰਾਲ ਨਹੀਂ ਅਜੇ ਡਿੱਗਿਆ ਜੀ ਜੀ ਜੀ। ਇਹ ਅਜੇ ਉਸੇ ਤਰ੍ਹਾਂ ਜੇ ਪੁੱਛਦੇ ਆ, ਤੇ ਜਿਹੜੇ ਸਿੰਘ ਨੂੰ ਪੁੱਛਦੇ ਉਹਦੇ ਚੜ੍ਹਦੀ ਕਲਾ, ਤੇ ਇਹਨਾਂ ਲੋਕਾਂ ਨੂੰ ਕਿਉਂ ਨਾ ਹੋਵੇ ਥੋੜਾ ਜਿਹਾ ਪਲੋਸ ਕੇ ਵੇਖ ਲਈਏ। ਠੀਕ ਹੈ। ਉਹਨਾਂ ਨੇ ਆਪਣੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਨੈਗੋਸੀਏਸ਼ਨ ਦਾ ਰਸਤਾ ਜਿਹੜਾ ਹੈ ਉਹ ਚੁਣਿਆ ਉੱਥੇ। ਜੀ 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 ਜੀ। ਇਹ ਸਾਰੇ ਜ਼ੁਲਮੋ ਸ਼ਿਤਮ ਤੋਂ ਬਾਹਰ, ਤਾਂ ਉਸ ਟਾਈਮ ਤੇ ਮੈਨੂੰ ਜੇਲ੍ਹ ਚੋਂ ਕੱਢ ਕੇ ਬਾਹਰ ਲੈ ਕੇ ਗਏ ਜੀ,
ਮੈਨੂੰ ਨਹੀਂ ਪਤਾ, ਮੇਰੇ ਦਿਮਾਗ ਦੇ ਵਿੱਚ ਮੇਰਾ ਇਹ ਲੈ ਕੇ ਚੱਲੇ, ਰਿਮਾਂਡ ਲੈ ਕੇ ਚੱਲੇ ਆ ਜੀ। ਤੇ ਜਦੋਂ ਮੈਨੂੰ ਬਾਹਰ ਲੈ ਕੇ ਚਲੇ ਗਏ ਤੇ ਉੱਥੇ ਮੈਨੂੰ ਜਾ ਕੇ ਪੁੱਛਦੇ ਆ ਵੀ ਤੁਸੀਂ ਮਤਲਬ ਸਰਕਾਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ। ਮੈਂ ਕਿਹਾ ਸਰਕਾਰ ਕਿਹੜੀ ਸਰਕਾਰ ਦੀ ਤੁਸੀਂ ਗੱਲ ਕਰਦੇ ਜੇ? ਇੱਕ ਤਾਂ ਸਰਕਾਰ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸੰਤ ਜਰਨੈਲ ਸਿੰਘ ਸ਼ਹੀਦ ਹੋ ਗਿਆ, ਸਾਰੇ ਸਿੰਘ ਹੋ ਗਏ ਆ, ਸਾਨੂੰ ਅਸੀਂ ਬੜੇ ਮੁਸ਼ਕਲਾਂ ਨਾਲ ਇਹ ਹਾਲਾਤਾਂ 'ਚ ਆਏ ਆ, ਪਤਾ ਨਹੀਂ ਇੱਥੋਂ ਅਸੀਂ ਬਚ ਕੇ ਜਾਣਾ ਕਿ ਨਹੀਂ, ਕਿਉਂਕਿ ਵੇਜਿੰਗ ਵਾਰ ਦਾ ਜਿਹੜਾ ਕੇਸ ਸੀ ਨਾ ਉਹਦੀ 2 ਸਜ਼ਾ ਸੀ। ਇੱਕ ਤਾਂ ਫਾਂਸੀ, ਇੱਕ 20 ਸਾਲ ਤੋਂ ਘੱਟ ਕਿਸੇ ਨੂੰ ਉਹਦੇ 'ਚ ਸਜ਼ਾ ਨਹੀਂ ਹੋਣੀ। ਜੀ ਜੀ। ਫਿਰ ਸਾਨੂੰ ਆਪਦਾ ਕੇਸ ਆਪ ਉਹਦੇ 'ਚ ਇੰਪਰੂਵ ਕਰਨਾ ਪੈਣਾ ਸੀ, ਕਿਉਂਕਿ ਸਾਡੇ ਤੇ ਜਿਹੜੀ ਲਾਤੀ ਸੀ ਧਾਰਾ ਵੇਜਿੰਗ ਵਾਰ ਕੇਸ ਦਾ ਸਟੇਟ, ਉਹਦੇ 'ਚ ਕੋਈ ਸਾਡੀ ਅਪੀਲ ਦਲੀਲ ਨਹੀਂ ਸੀ ਕੋਈ ਸੁਣਦਾ ਜੀ। ਫਿਰ ਅਸੀਂ ਮਤਲਬ ਉੱਥੇ ਸਾਡਾ ਗੁਨਾਹ ਹੈਗਾ ਕਿ ਨਹੀਂ ਹੈਗਾ, ਕਿਉਂਕਿ ਉਦੋਂ ਅਦਾਲਤਾਂ ਵੀ ਇਹੋ ਜਿਹੀਆਂ ਸੀ ਔਰ ਉਦੋਂ ਸਾਰਾ ਕੁਝ ਜਿਹੜਾ ਢਾਂਚਾ ਹੀ ਇਹੋ ਜਿਹਾ ਸੀ। ਤਾਂ ਉਸ ਟਾਈਮ ਤੇ ਸਾਡੇ ਮਗਰ ਕੁਝ ਵਕੀਲ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੇ। ਇਹਨਾਂ ਨੇ ਇੱਕ ਪੈਨਲ ਭੇਜਿਆ, ਉਹਨਾਂ ਵਕੀਲਾਂ ਨੇ ਸਾਡੀ ਉੱਥੇ ਬੜੀ ਹੈਲਪ ਕੀਤੀ, ਜਿਸ 'ਚ ਕਸੂਰ ਸੀ ਵਕੀਲ ਇੱਕ ਪੂਰਨ ਸਿੰਘ ਹੁੰਦਲ ਜੀ। ਮੈਂ ਅੱਜ ਉਹਦਾ ਨਾਂ ਜ਼ਰੂਰ ਲੈਣਾ ਚਾਹੁੰਦਾ। ਉਹ ਸਾਡਾ ਜਦੋਂ ਮਿਲਦੇ ਸੀ ਤਾਂ ਸਾਨੂੰ ਲੱਗਦਾ ਸਾਡਾ ਪਰਿਵਾਰ ਦੇ ਮੈਂਬਰ ਮਿਲ ਪਏ। ਉਹ ਭਾਈ ਅਮਰੀਕ ਸਿੰਘ ਦੇ ਵਿਸਾਤੀ ਸੀ, ਸੰਤ ਜਰਨੈਲ ਸਿੰਘ ਦੇ ਜੀ, ਔਰ ਇਸੇ ਤਰ੍ਹਾਂ ਲਖਬੀਰ ਸਿੰਘ ਧਾਮੀ, ਇਸੇ ਤਰ੍ਹਾਂ ਹੋਰ ਵਕੀਲ ਸੂਦ ਸਾਹਿਬ, ਇਹਨਾਂ ਨੇ ਜਾ ਕੇ ਉੱਥੇ ਸਾਡੀ ਇੱਕ ਦਰਖਾਸਤ ਦਿੱਤੀ ਉਹਨਾਂ ਨੂੰ ਜਾ ਕੇ ਵੀ ਇਹਨਾਂ ਨਾਲ ਧੱਕਾ ਆ ਔਰ ਇਹਨਾਂ ਨੂੰ ਇੱਥੇ ਕੋਈ ਸਹੂਲਤਾਂ ਨਹੀਂ ਦਿੰਦੇ, ਇਹਨਾਂ ਨੂੰ ਅਜੇ ਵੀ ਤੰਗ ਕਰ ਰਹੇ ਜੇ। ਤੇ ਉਹ ਜੱਜ ਸੀ ਜਿਹੜਾ, ਪਤਾ ਨਹੀਂ ਉਹਨੇ ਕਿਸ ਤਰ੍ਹਾਂ ਉਹਦੇ ਦਿਮਾਗ 'ਚ ਰਹਿ ਮਗਾ ਉਹਨੇ ਕੇਸ ਜਿਹੜਾ ਹੈ ਸਾਡਾ ਉਹਨੂੰ ਪੈਂਡਿੰਗ ਕਰ ਦਿੱਤਾ। ਅੱਛਾ ਜੀ। ਕੁਦਰਤੀ ਕਰਤਾ ਉਹ ਕੇਸ, ਜਿਹੜੀ ਉਹਦੇ ਆੜ ਦੇ ਵਿੱਚ ਉਹ ਫੈਸਲਾ ਨਾ ਹੋ ਸਕਿਆ। 4 ਸਾਲ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਕੇਸ। ਠੀਕ ਹੈ ਜੀ। ਕਿਉਂਕਿ ਉਹ ਕੇਸ ਹੀ ਨਾ ਸ਼ੁਰੂ ਹੋਇਆ, ਇੱਕ ਇਹਨਾਂ ਨੇ ਇਹੋ ਜਿਹੀ ਕੋਈ ਪਤਾ ਨਹੀਂ ਕਾਨੂੰਨੀ ਤੌਰ ਤੇ, ਮੈਨੂੰ ਹੁਣ ਪੱਕਾ ਨਹੀਂ ਪਤਾ ਇਹਦੇ ਬਾਰੇ। ਸੋ ਉਹ ਇਹਨੇ ਬੱਟੀ ਵੀ ਨਹੀਂ, ਸਰਕਾਰ ਨੇ ਸੋਚਿਆ ਇਹਨਾਂ ਨੌਜਵਾਨਾਂ ਨੂੰ ਥੋੜ੍ਹਾ ਪਲੋਸ ਕੇ ਵੇਖ ਲਈਏ। ਉਹਨਾਂ ਨੇ ਸਾਨੂੰ ਮੈਨੂੰ ਤੇ ਮੇਰਾ ਇੱਕ ਸਾਥੀ ਬਹੁਤ ਵਿਸ਼ਵਾਸ ਪਾਤਰ ਸੰਤ ਜਰਨੈਲ ਸਿੰਘ ਦਾ ਭਾਈ ਅਮਰੀਕ ਸਿੰਘ ਦਾ ਹਰਮਿੰਦਰ ਸਿੰਘ ਸੰਧੂ ਜੀ 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 ਜੀ, ਉਹ ਮੈਨੂੰ ਇਕੱਲੇ ਨੂੰ ਲਿਜਾਣਾ ਚਾਹੁੰਦੇ ਸੀ ਜੀ ਜੀ, ਗੱਲਬਾਤ ਲਈ, ਲਾਲਚ ਵਾਸਤੇ ਆਪਾਂ ਕਰਨਾ ਚਾਹੁੰਦੇ ਸੀਗੇ। ਮੈਂ ਕਿਹਾ ਮੈਂ ਆਪਣਾ ਸਾਥੀ ਨਾਲ ਲੈ ਕੇ ਜਾਣਾ। ਅੱਛਾ, ਪਰ ਮੈਂ ਤੁਹਾਡੀ ਗੱਲ ਨੂੰ ਹੁਣ ਟੋਕਰਾ, ਬਿਲਕੁਲ ਸਰਕਾਰਾਂ ਜਿਹੜੀਆਂ ਨੇ ਹਰ ਤਰ੍ਹਾਂ ਦੇ ਨਾਲ ਤੋੜਨ ਦਾ ਯਤਨ ਕਰਦੀਆਂ ਨੇ। ਜਦੋਂ ਦੇਖਿਆ ਕਿ ਸਰੀਰਕ ਕਸ਼ਟ ਬਹੁਤ ਦੇ ਦਿੱਤੇ, ਨਹੀਂ ਟੁੱਟੇ, ਮਾਨਸਿਕ ਕਸ਼ਟ ਦੇ ਕੇ ਦੇਖ ਲਿਆ, ਨਹੀਂ ਟੁੱਟੇ, ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਦੇਖੇ ਤਾਂ ਵੀ ਨਹੀਂ ਟੁੱਟੇ, ਤਾਂ ਫਿਰ ਸੌਦੇਬਾਜ਼ੀ ਜਿਹੜੀ ਹੈ ਨਾ ਆਖਿਰ ਦੇ ਉੱਤੇ ਬਹੁਤ ਵੱਡਾ ਲਾਲਚ ਵੀ ਕੋਈ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਇਹਨਾਂ ਦੇ ਨਾਲ ਉਸ ਸਮੇਂ ਹੋਇਆ। ਪਰ ਫੈਡਰੇਸ਼ਨ ਦੇ ਜੋ ਮੌਜੂਦਾ ਹਾਲਾਤ ਹੈ, ਇਹਦਾ ਜ਼ਿੰਮੇਵਾਰ ਆਪਾਂ ਕਿਹਨੂੰ ਮੰਨੀਏ? ਹੁਣ ਫੈਡਰੇਸ਼ਨ ਦਾ ਨਾਂ ਤੇ ਹੈਗਾ ਪਰ ਫੈਡਰੇਸ਼ਨ ਦੇ ਨਾਲ ਹੈ ਨਹੀਂ ਕੋਈ। ਨਹੀਂ, ਮੈਂ ਉਹ ਗੱਲ ਸਿਰੇ ਚਾੜ ਲਾਂ ਜੀ ਕਿ ਬਾਅਦ ਬਿਲਕੁਲ ਨਹੀਂ, ਆਪਾਂ ਨੂੰ ਤੁਸੀਂ ਇਹ ਦੱਸ ਦਿਓ ਕਿਉਂਕਿ ਉਹ ਇੱਕ ਵੱਖਰੀ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ, ਜਦੋਂ ਅਸੀਂ ਉਹ ਰਹਿਣਾ ਵੱਖਰਾ ਤੁਹਾਨੂੰ ਕਰਨਾ ਉਹ ਵੀ ਪੈਣਾ, ਤਾਂ ਹੀ ਜੁੜਨੀ ਹੈ ਲੜੀ ਜਿਹੜੀ ਆ ਜੀ, ਕਿਉਂਕਿ ਸਰਕਾਰ ਨੇ ਸਾਨੂੰ ਦਿੱਲੀ ਸੱਦਿਆ ਸੀਗਾ। ਜੀ ਜੀ, ਉਹਦੇ ਜੋ ਗੱਲਾਂ ਹੋਈਆਂ ਮੈਂ ਬਾਅਦ ਚ ਜਦੋਂ ਤੁਸੀਂ ਹੁਕਮ ਕਰੋਗੇ ਮੈਂ ਤੁਹਾਨੂੰ ਦੱਸ ਦੂੰਗਾ। ਉਹਦੇ ਚ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਪਦਾ ਝੰਡਾ ਜਿਹੜਾ ਇਹ ਬੁਲੰਦ ਰੱਖਿਆ ਜੀ, ਤੇ ਲਾਲ ਚਿੰਨੀ ਆਏ ਮੁੱਖ ਮੰਤਰੀ ਦੀ ਕੁਰਸੀ ਨੂੰ ਮੈਂ ਠਕਰਾਇਆ ਉੱਥੇ ਦਿੱਲੀ ਦੇ ਵਿੱਚ। ਠੀਕ ਹੈ, ਉਹ ਮੈਂ ਬਾਅਦ ਚ ਦੱਸੂਗਾ ਜੀ। ਦੂਜੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਬਾਅਦ ਵਿੱਚ 1999 ਦੇ ਵਿੱਚ ਜਿਹੜੇ ਆ ਨਾ ਸਾਡੀ ਜੋਧਪੁਰ ਜੇਲ੍ਹ ਚੋਂ ਰਿਹਾਈ ਹੋ ਗਈ ਜੀ। ਫਿਰ ਇੱਥੇ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਆਣ ਕੇ ਅਸੀਂ ਪੰਜਾਬ ਬੰਦ ਦੀ ਕਾਲ ਦਿੱਤੀ। ਜਿਹੜਾ ਧੱਕਾ ਹੋ ਰਿਹਾ ਸੀ, ਨੌਜਵਾਨਾਂ ਨੂੰ ਪੁਲਿਸ ਮਾਰ ਰਹੀ ਸੀ, ਪੁਲਿਸ ਮੁਕਾਬਲੇ ਬਣ ਰਹੇ ਸੀ, ਮੈਂ ਤੇ ਹਰਮਿੰਦਰ ਸਿੰਘ ਸੰਧੂ ਤੇ ਆਪਣੇ ਰਜਿੰਦਰ ਸਿੰਘ ਮਹਿਤਾ ਤੇ ਬਾਕੀ ਸਾਡੇ ਸਾਥੀ ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ, ਅਸੀਂ ਹਰਮਿੰਦਰ ਸਿੰਘ ਗਿੱਲ ਵੀ ਨਾਲ ਸੀ, ਚਾਵਲਾ ਸਾਹਿਬ ਵੀ ਨਾਲ ਸੀ, ਜਸਵੀਰ ਸਿੰਘ ਘੁੰਮਣ ਨਾਲ ਸੀ, ਹੋਰ ਵੀ ਜਿਹੜੇ ਸਾਥੀ। ਉਹਨਾਂ ਨੇ ਕੀ ਕੀਤਾ ਵੀ ਪੰਜਾਬ ਬੜਾ ਠੋਕੇ ਬੰਦ ਹੋਇਆ ਜੀ, ਲੇਕਿਨ ਸਾਨੂੰ ਤਿੰਨਾਂ ਨੂੰ ਚੁੱਕਿਆ ਤੇ ਉਹਨਾਂ ਨੇ ਸੰਗਰੂਰ ਵਾਲੀ ਜੇਲ੍ਹ 'ਚ ਸਿੱਟਤਾ, ਮੈਨੂੰ ਤੇ ਹਰਮਿੰਦਰ ਸਿੰਘ ਸੰਧੂ ਨੂੰ ਤੇ ਰਜਿੰਦਰ ਸਿੰਘ ਮਹਿਤਾ ਨੂੰ। ਤੇ ਇਹ ਬੰਦੇ ਆਣ ਕੇ ਜੇਲ੍ਹ 'ਚੋਂ ਵੀ ਮਤਲਬ ਜਿਹੜੇ ਆ ਇਹਨਾਂ ਨੇ ਆਣ ਕੇ ਕਮਾਂਡ ਸੰਭਾਲ ਲਈ ਆ। ਉੱਥੇ ਜੇਲ੍ਹ ਜਿਹੜਾ ਸੰਗਰੂਰ ਜੇਲ੍ਹ ਸੀ ਉਹਦੇ 'ਚ ਫਿਰ ਤਾਂਤਾ ਲੱਗਾ ਰਿਹਾ ਲੋਕਾਂ ਦਾ, ਸਾਨੂੰ ਮਿਲਣ ਵਾਲਿਆਂ ਦਾ, ਰਾਤ ਦਿਨ ਜਿਹੜਾ ਸੀ। ਉੱਥੋਂ ਮੇਰੀ 1999 ਦੇ ਵਿੱਚ, ਕਿਉਂਕਿ ਮੇਰੇ ਤੇ ਕੇਸ ਜਿਹੜਾ ਸੀ ਉਹ ਤਾਂ ਖਤਮ ਹੋ ਗਿਆ ਸੀ, ਹੋਰ ਮੇਰੇ ਤੇ ਕੇਸ ਕੋਈ ਨਹੀਂ ਸੀ ਜੀ। ਇੱਕ ਹੀ ਕੇਸ ਸੀ ਜਿਹੜਾ ਮੇਰੀਆਂ ਹੀ ਰਫਲਾਂ ਹੈਗੀ 315 ਮੇਰੇ ਤੇ ਪਾਈ ਸੀ ਕਿ ਦਰਬਾਰ ਸਾਹਿਬ 'ਚੋਂ ਫੜੀ ਗਈ ਸੀ ਜੀ ਜੀ ਜੀ। ਉਹਦਾ ਹੀ ਕੇਸ ਸੀਗਾ, ਉਹ ਜੱਜ ਸੀ ਜਿਹੜਾ ਉਹਨੇ ਮੈਨੂੰ ਉਹ 'ਚ ਬਰੀ ਕਰਤਾ ਜੀ। ਜਦੋਂ ਮੈਂ ਬਾਹਰ ਆਇਆ ਤੇ ਮੇਰੇ ਹਾਲਾਤ ਉਹ ਤਾਂ ਮੈਂ ਬਾਹਰ ਵੇਖੇ ਵੀ ਉਹ ਜੇਲ੍ਹ ਨਾਲੋਂ ਵੀ ਮਾੜੇ ਸੀ ਬਾਹਰ ਦੇ ਹਾਲਾਤ। ਫਿਰ ਕਈ ਵਾਰ ਸੋਚ ਗਿਆ ਵੀ ਜਦ ਜੇਲ੍ਹ 'ਚ ਹੀ ਰਹਿ ਜਾਂਦੇ ਚੰਗੀ ਸੀ, ਲੇਕਿਨ ਇਹ ਬਾਹਰ ਆਣ ਕੇ ਵੀ ਮੈਂ ਸਮਝਦਾ ਵੀ ਜਿੱਡਾ ਭਿਆਨਕ ਸਮਾਂ ਸੀ, ਮੈਨੂੰ ਜੇਲ੍ਹ ਦੇ ਬੂਹੇ ਕੋਲ ਚੱਕ ਲਿਆ ਜੀ। ਤੇ ਗਿਆਨ ਸਿੰਘ SSP ਲੱਗਾ ਸੰਗਰੂਰ ਜੀ, ਉੱਥੇ ਮੈਨੂੰ ਲੈ ਗਏ ਰਾਤ ਨੂੰ ਤੇ
ਮੈਂ ਉਹ ਮੇਰੇ ਕੋਲ ਰਾਤ ਨੂੰ ਮਿਲਣਾ, ਉਹ ਕਾਮਰੇਡ ਬੰਦਾ ਸੀ, ਬਾਅਦ ਚ ਮੈਂ ਕਦੇ ਜ਼ਿੰਦਗੀ 'ਚ ਵੇਖਿਆ ਨਹੀਂਗਾ, ਪਤਾ ਨਹੀਂ ਉਹ ਰਿਟਾਇਰ ਹੋ ਗਿਆ ਕਿ ਬਾਹਰਲੇ ਆਇਆ ਕਿਤੇ ਸਟੇਟ ਤੋਂ। ਉਹ ਮੈਂ ਜਦੋਂ ਆਇਆ ਤੇ ਉਹਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਮੈਂ ਔਖੇ ਹੋ ਗਿਆ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ। ਮੈਂ ਆਖਿਆ ਵੀ ਇਹ ਕੌਣ ਸੀ ਮੈਨੂੰ ਚੁੱਕਣ ਵਾਲਾ ਕੋ, ਪਰ ਉਹ ਕਹਿੰਦਾ, ਉਹ ਆਂਦਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੈਂ ਕਿਹਾ ਗੱਲ ਤੁਹਾਡੇ ਨਾਲ ਕੀ ਕਰਨੀ ਜੀ, ਤੁਸੀਂ ਦੱਸੋ ਕਿ ਮੇਰੇ ਵਰਗਾ ਬੰਦਾ ਜਿਹੜਾ ਫੈਡਰੇਸ਼ਨ ਦਾ ਮੁੱਖ ਸੇਵਾਦਾਰ ਆ, ਤੁਸੀਂ ਉਹਨੂੰ ਚੁੱਕ ਲਿਆ, ਬਾਕੀਆਂ ਦਾ ਕੀ ਹਾਲ ਹੋਊਗਾ ਇੱਥੇ। ਉਹ ਆਂਦਾ ਨਹੀਂ ਮੈਂ ਸੌਰੀ, ਮੈਂ ਤੁਹਾਡੇ ਨਾਲ ਕੋਈ ਗੱਲ ਹੀ ਵੀ ਕਰਨੀ ਚਾਹੁੰਦਾ ਸੀਗਾ, ਸੌਰੀ ਉਹਨੇ ਕਿਹਾ। ਚਲੋ ਰਾਤ ਮੈਨੂੰ ਉੱਥੇ ਉਹਦੇ 'ਚ ਰੱਖਿਆ ਆਪਣੇ ਕਤਵਾਲੀ 'ਚ ਹੀ। ਉੱਥੇ ਇੱਕ ਵਕੀਲ ਸੀ, ਉਹ ਵਿਚਾਰਾ ਬਾਅਦ 'ਚ ਪੁਲਿਸ ਨੇ ਮਾਰਤਾ ਜੀ। ਉਹ ਮੇਰੀ ਰੋਟੀ ਲੈ ਕੇ ਆਇਆ ਬਾਹਰ। ਇਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਬਾਹਰ ਜਾ ਕੇ ਹੁਣ ਕੀ ਕਰਨਾ। ਮੈਂ ਕਿਹਾ ਮੈਂ ਬਾਹਰ ਜਾ ਕੇ ਨੌਜਵਾਨਾਂ ਨੂੰ ਆਰਗੇਨਾਈਜ਼ ਕਰਨਾ ਤੇ ਆਉਣ ਵਾਲਾ ਸਰਕਾਰ ਜਿਹੜੀ ਉਹ ਸਾਡੀ ਹੋਊਗੀ ਜਿਹੜੀ ਆ। ਮੈਂ ਠੀਕ ਆ, ਸੰਘਰਸ਼ ਚੱਲ ਰਿਹਾ ਹੈ, ਹਥਿਆਰਬੰਦ ਸੰਘਰਸ਼ ਆ, ਲੇਕਿਨ ਇਹਨਾਂ ਕੋਲੇ ਗੋਲੀਆਂ ਥੋੜੀਆਂ, ਸਰਕਾਰ ਕੋਲੇ ਜ਼ਿਆਦੀਆਂ ਨੇ, ਠੀਕ ਹੈ ਨਾ। ਤੇ ਮੈਂ ਇਸ ਸੰਘਰਸ਼ ਨੂੰ ਪੋਲੀਟੀਕਲਾਈਜ਼ ਕਰਨਾ ਚਾਹੁੰਦਾ ਤੇ ਆਉਣ ਵਾਲੀ ਸਰਕਾਰ ਸਾਡੀ ਹੋਈ, ਤੁਸੀਂ ਜ਼ੁਲਮ ਕਰਕੇ ਵੇਖ ਲਓ, ਉਹਦੇ 'ਚ ਹਿਸਾਬ ਕਿਤਾਬ ਸਭ ਨੂੰ ਦੇਣੇ ਪੈਂਦੇ ਹੁੰਦੇ, ਕਾਨੂੰਨ ਜਿਹੜਾ ਹੈ ਉਹ ਸਭ ਵਾਸਤੇ ਇੱਕੋ ਜਿਹਾ। ਉਹ ਮੈਨੂੰ ਕਹਿੰਦਾ ਲੈ ਆਹ ਤੁਹਾਡੀ ਤਾਂ ਸੋਚ ਬਹੁਤ ਵਧੀਆ ਜੀ। ਮੈਂ ਕਿਹਾ ਯਾਰ ਤੂੰ ਸੋਚ ਤਾਂ ਤੁਸੀਂ ਵਿਗਾੜਨ ਦੇ, ਜੋ ਤੁਸੀਂ ਮੈਨੂੰ ਫੜ ਕੇ ਲੈ ਆਏ, ਮੇਰੀ ਸੋਚ 'ਚ ਫਰਕ ਜ਼ਰੂਰ ਪਊਗਾ, ਤੁਸੀਂ ਕਿਉਂ ਮੈਨੂੰ ਫੜ ਕੇ ਲਿਆਏ। ਉਹਨੇ ਸੌਰੀ ਕਹੀ। ਅਗਲੇ ਦਿਨ ਬਾਬੇ ਠਾਕਰ ਸੁਣੀ ਗਏ, ਉੱਥੇ ਮੇਰਾ ਨਾਨਕਿਆਣਾ ਸਾਹਿਬ ਗੁਰਦੁਆਰਾ ਸੰਗਰੂਰ ਜੀ, ਉੱਥੋਂ ਵੱਡੀ ਗਿਣਤੀ ਕਾਫਲੇ ਦੇ ਰੂਪ ਵਿੱਚ ਮੈਨੂੰ ਮਹਿਤੇ ਲੈ ਕੇ ਆਏ ਜੀ। ਮਹਿਤਿਓਂ ਮਗਰੋਂ ਦਰਬਾਰ ਸਾਹਿਬ ਆਏ, ਬੜਾ ਵੱਡਾ ਕਾਫਲਾ ਸੀ ਜੀ। ਔਰ ਇਹ ਦਿਨ ਜਿਹੜੇ ਰੋਜ਼ ਹਰ ਦਿਨ ਜਿਹੜਾ ਚੜ੍ਹਦਾ, ਉਹ ਇੱਕ ਨਵੀਂ ਆਫਤ ਲੈ ਕੇ ਮੇਰੇ ਲਈ ਚੜ੍ਹਦਾ, ਨਵੀਂ ਆਫਤ ਲੈ ਕੇ। ਔਰ ਮੈਨੂੰ ਨਹੀਂ ਇਹ ਪਤਾ ਲੱਗਦਾ ਵੀ ਸਰਕਾਰ ਨੇ ਕਿਹੜੇ ਵੇਲੇ ਚੁੱਕ ਕੇ ਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਾ ਜੀ, ਔਰ ਕਿਹੜੇ ਵੇਲੇ ਉਹਨਾਂ ਨੇ ਆਏ ਨਾ। ਔਰ ਮੈਨੂੰ ਇੱਕ ਰੋਟੀ ਦੀ ਬੁਰਕੀ ਵੀ ਜਿਹੜੀ ਕਈ ਵਾਰ ਖਾਣੀ ਨਸੀਬ ਨਹੀਂ ਸੀ ਹੁੰਦੀ। ਮੇਰੇ ਨਿਆਣੇ ਇੰਨੇ ਡਰਦੇ ਸੀ, ਮੇਰੇ ਘਰ ਵਾਲੀ ਅਸੀਂ ਮਹਾਂ ਹੀ ਅਸੀਂ ਮਿਲੇ ਸੀ 5-7 ਸਾਲਾਂ ਬਾਅਦ। ਲੇਕਿਨ ਅਫਸੋਸ ਵੀ ਜੇ ਟੈਲੀਫੋਨ 100 ਮੇਰੇ ਘਰ ਆਉਂਦਾ ਸੀ, ਦੂਜੇ ਟੈਲੀਫੋਨ ਤੇ 50 ਟੈਲੀਫੋਨ ਮੈਨੂੰ ਧਮਕੀਆਂ ਦੇ ਆਉਂਦੇ ਸੀ ਸਾਡੇ ਵੱਲੋਂ ਹੀ ਵੀ ਤੁਸੀਂ ਜੇ ਸਰਕਾਰ ਨਾਲ ਰਲ ਕੇ ਆ ਗਏ। ਅਫਸੋਸ ਮੈਂ ਕਿਹਾ ਗਾਲ ਕੱਢ ਲਓ, ਪਰ ਆਹ ਗੱਲ ਨਾ ਕਿਹਾ ਜੀ, ਸਾਡੇ ਬੰਦੇ। ਹੁਣ ਮੈਂ ਸਾਡੇ ਵੀ ਕਵਾਂ ਕਿ ਨਾ ਕਵਾਂ, ਮੈਨੂੰ ਨਹੀਂ ਸਮਝ ਲੱਗਦੀ, ਕਿਉਂਕਿ ਮੈਂ ਸੰਘਰਸ਼ ਵਾਲਿਆਂ ਨੂੰ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਿਹੜੇ ਇਸ ਸੰਘਰਸ਼ ਸਾਡੇ। ਹਾਂ, ਮਤਲਬ ਜਿੱਦਾਂ ਤੁਸੀਂ ਕਹਿਣਾ ਵੀ ਸਾਡੇ ਬੰਦੇ, ਸਾਡੇ ਬੰਦਿਆਂ ਤੋਂ ਭਾਵ ਕਿਹੜੇ ਆਂਦੇ ਸੀਗੇ, ਮਤਲਬ ਜਿਹੜੇ ਸਾਡੀ ਕੌਮ ਨਾਲ ਰਿਲੇਟਡ ਜਾਂ ਸਾਡੇ ਪੰਥ ਨਾਲ ਰਿਲੇਟਡ ਜਾਂ ਕੌਣ ਸੀ? ਸਾਡੀ ਕੌਮ ਜਿਹੜੇ ਸੰਘਰਸ਼ ਕਰ ਰਹੇ ਵੀਰ ਸਾਡੇ। ਅੱਛਾ। ਇੱਕ ਤਾਂ ਸਾਨੂੰ ਅਸੀਂ ਦੋ ਆਪਣੇ ਜਿਹੜੇ ਹੈਗੇ ਸੀ ਨਾ ਪਈਏ, ਉਹਨਾਂ ਵਿੱਚ ਅਸੀਂ ਪਿਸ ਗਏ। ਸਵੇਰੇ ਜੇ ਕੋਈ ਸਿੰਘ ਫੜਿਆ ਜਾਂਦਾ ਸੀ ਤੇ ਮੈਂ ਉਹਨੂੰ ਟੈਲੀਫੋਨ ਕਰਦਾ ਸੀ, ਆ ਸੈਣੀ ਸੁਣੀ ਵਰਗੇ ਹੀ ਅੱਗੇ ਲਾਇਆ ਸੀ ਫੜ ਕੇ ਜੀ 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 ਜੀ, ਤੇ ਇਹਨਾਂ ਤੋਂ ਬੰਦੇ ਛਡਾਉਂਦੇ ਸੀ। ਇੱਥੇ ਇੱਕ ਸੰਧੂ ਸੀ, ਨੀਲੀ ਪੱਗ ਨਹੀਂ ਬੰਨ੍ਹਣ ਦਿੰਦਾ ਤਰਨਤਾਰਨ। ਅੱਛਾ। ਹੋਰ ਮੈਂ ਤੁਹਾਨੂੰ ਕਿਹੜੇ ਕਿਹੜੇ ਐਸਐਸਪੀ ਦਾ ਨਾਮ, ਜ਼ਾਲਮ ਤੋਂ ਜ਼ਾਲਮ। ਤੇ ਮੇਰਾ ਸਵੇਰ ਤੋਂ ਸ਼ਾਮ ਤੱਕ ਸਾਰੇ ਪੰਜਾਬ ਸਾਰੇ ਐਸਐਸਪੀਆਂ ਨਾਲ ਵਾਹ ਪੈਂਦਾ ਸੀ। ਮੈਂ ਉਹਨਾਂ ਨੂੰ ਕਹਿੰਦਾ ਸੀ ਕਾਨੂੰਨ ਦੀ ਉਲੰਘਣਾ ਨਾ ਕਰੋ, ਜੇ ਫੜ ਲਿਆ ਬੰਦਾ ਤੇ ਉਹਨੂੰ ਤੁਸੀਂ ਜੇਲ੍ਹ 'ਚ ਭੇਜ ਦਿਓ, ਜੋ ਉਹਨੂੰ ਕੋਰਟ ਸਜ਼ਾ ਦੇਊਗੀ ਉਹ ਸਜ਼ਾ ਆਪੇ ਉਹ ਭੁਗਤੂਗਾ। ਕਈਆਂ ਨੂੰ ਮੈਂ 5000 ਦੇ ਲਾਗੇ ਬੰਦਾ ਉਹਨਾਂ ਦਿਨਾਂ ਛਡਾਇਆ ਹੋਣਾ ਜੀ ਜੀ, ਤੇ ਲੜ ਕੇ ਉਧਰੋਂ ਮਾਰ ਲਈ ਜਾਂਦੇ ਸੀ, ਮੈਂ ਇਧਰੋਂ ਬਾਂਹ ਫੜਿਆ ਹੁੰਦਾ ਸੀ, ਮੈਂ ਨਹੀਂ ਜਾਣ ਦੇਣਾ। ਔਰ ਫੈਡਰੇਸ਼ਨ ਦੀ ਚੜ੍ਹਤ ਸੀ, ਉਹ ਇਸ ਕਰਕੇ ਨਹੀਂ ਮੈਨੂੰ ਕੁਝ ਕਹਿੰਦੇ ਕਿ ਆਉਣ ਵਾਲਾ ਪੰਜਾਬ ਦਾ ਜਿਹੜਾ ਰਾਜ ਭਾਗਾ ਉਹ ਇਹਨਾਂ ਬੰਦਿਆਂ ਕੋਲੇ ਜਾਣਾ। ਅੱਛਾ ਅੱਛਾ। ਔਰ ਮੰਨ ਕੇ ਤੁਰਦੇ ਸੀ, ਮੈਨੂੰ ਇਹ ਗੱਲ ਮੰਨ ਕੇ ਤੁਰਦੇ ਸੀ ਵੀ ਫੈਡਰੇਸ਼ਨ ਦਾ ਰਾਜ ਭਾਗ ਬਣ ਜਾਣਾ ਜੀ। ਉਦੋਂ ਮਗਰੋਂ 1999 ਦੇ ਵਿੱਚ ਪਾਰਲੀਮੈਂਟ ਦੀ ਚੋਣ ਆ ਗਈ ਜੀ 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 ਜੀ। ਔਰ ਉਹ ਪਾਰਲੀਮੈਂਟ ਦੀ ਚੋਣ ਸਾਰੀ ਜਿਹੜੇ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਲੜੀ, ਮੈਂ ਲੜੀ ਹੈ, ਮੈਂ ਤੁਹਾਨੂੰ ਸੱਚੀ ਦੱਸਾਂ ਜੀ ਜੀ। ਔਰ ਨੌਜਵਾਨ ਜਿਹੜੇ ਸੀ ਉਹ ਚਾਹੁੰਦੇ ਨਹੀਂ ਸੀ ਵੀ ਅਸੀਂ ਇਲੈਕਸ਼ਨ ਲੜੀਏ ਜੀ, ਤੇ ਉਹ ਇਲੈਕਸ਼ਨ ਲੜ ਕੇ ਮੈਂ ਸ਼ਾਰਟ ਵਿੱਚ ਕਰਨਾ ਚਾਹੁੰਦਾ, ਕਿਉਂਕਿ ਇਹਦੇ 'ਚ ਲੰਮੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ। 11 MP ਅਸੀਂ ਜਿਤਾਏ ਜੀ। ਬਿਲਕੁਲ। ਮੇਰੀ ਸੀਟ ਤਰਨਤਾਰਨ ਤੋਂ ਮੈਂ ਲੜਨਾ ਚਾਹੁੰਦਾ ਸੀ, ਹਰਮਿੰਦਰ ਸਿੰਘ ਸੰਧੂ ਨੂੰ ਮੈਂ ਅੰਮ੍ਰਿਤਸਰ ਵਾਲੀ ਸੀਟ ਤੋਂ ਲੜਾਉਣਾ ਚਾਹੁੰਦਾ ਸੀ, ਪਰ ਇਹਨਾਂ ਲੋਕਾਂ ਨੇ ਕਈ ਜਿਹੜੇ ਡਿੱਕੇ ਡਾਉਣ ਵਾਲੇ ਸਾਡੇ ਬਿਲਕੁਲ ਜੀ। ਤੁਸੀਂ ਉਹਨਾਂ ਨਹੀਂ, ਬਿਲਕੁਲ ਮੈਂ ਆਪਣੀ ਸੀਟ ਮੈਂਬਰ ਪਾਰਲੀਮੈਂਟ ਜਿਹੜੀ ਸੀ ਬੜੀ ਵੱਡੀ, ਹਾਂਜੀ, ਮੈਂ ਛੱਡੀ ਜੀ। ਮੈਨੂੰ ਮਾਨ ਦੀ ਭੈਣ ਆਣ ਕੇ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਭੈਣ ਆਣ ਕੇ ਰੋਣ ਲੱਗ ਪਈ ਵੀ ਉਹਨਾਂ ਨੇ ਪਟਿਆਲੇ ਤੋਂ ਨਹੀਂ ਜਿੱਤਣਾ, ਤੁਸੀਂ ਆਪਣੀ ਸੀਟ ਛੱਡ ਦਿਓ ਜੀ ਜੀ ਜੀ। ਉਹ ਵੀ ਛੱਡਤੀ ਜੀ। ਬਿਲਕੁਲ। 11 MP ਜਿੱਤ ਗਏ। 11 MP ਸੈਂਟਰ ਦੇ ਵਿੱਚ ਪਹੁੰਚ ਗਏ ਸੀਗੇ ਫੈਡਰੇਸ਼ਨ ਦੇ। ਔਰ ਬੜੀ ਹੈਰਾਨੀ ਦੀ ਗੱਲ ਸੀ ਕਿ ਕੇਂਦਰ ਦੇ ਵਿੱਚ ਜਿਹੜੀ ਕੇਂਦਰ ਦੀ ਜੋ ਸੰਸਦ ਭਵਨ ਸੀ, ਉੱਥੇ ਖਾਲਸੇ ਦੀ ਗੂੰਜਣੀ ਸੀ ਪੂਰੀ। ਔਰ ਇੱਥੋਂ ਦੇ ਹੋਏ ਜੋ ਪੰਜਾਬ ਦੇ ਵਿੱਚ ਧੱਕੇ ਸੀ, ਉਹਨਾਂ ਦੀ ਆਵਾਜ਼ ਬੁਲੰਦ ਹੋਣੀ ਸੀ। ਤਾਂ ਕਿਸ ਕਾਰਨ ਫਿਰ ਕੀ ਐਸੀ ਵਜ੍ਹਾ ਬਣ ਗਈ ਕਿ ਆਪਾਂ ਜਿੱਤ ਕੇ ਵੀ ਹਾਰ ਗਏ? ਮੈਂ ਸਮਝਦਾ ਵੀ ਜਿਹੜਾ ਕਿੰਗ ਮੇਕਰ ਹੁੰਦਾ ਨਾ ਜੀ,
ਕਿੰਗ ਹੀ ਬਣਨਾ ਚਾਹੀਦਾ, ਕਿੰਗ ਮੇਕਰ ਨਹੀਂ ਬਣਨਾ ਚਾਹੀਦਾ। ਅੱਛਾ ਅਸੀਂ ਕਿੰਗ ਮੇਕਰ ਬਣ ਗਏ ਜੀ। ਤੇ ਜਿਹੜੇ ਬਣ ਗਏ ਇਹ ਬਣਾਤਾ ਉਹ ਰੱਬ ਬਣ ਗਏ। ਅੱਛਾ ਅੱਛਾ ਅੱਜ ਕੱਲ੍ਹ ਵੀ ਇਹੋ ਜਿਹਾ ਹੀ ਹਾਲਾਤ ਆ। ਠੀਕ ਹੈ। ਵੇਖੋ ਜਦੋਂ ਆਪਾਂ ਬਣਾ ਬੈਠੇ ਨਾ, ਬਣ ਤੋਂ ਪਹਿਲਾਂ ਸਾਰੇ ਹੀ ਕਰਦੇ ਆ। ਜੀ ਜੀ ਜੀ। ਜਦੋਂ ਬਣ ਜਾਂਦੇ ਆ ਫਿਰ ਉਹ ਉਹਨਾਂ ਲੋਕਾਂ ਨੂੰ ਪਛਾਣਨੋਂ ਹਟ ਜਾਂਦੇ ਆ। ਇਹ ਜੀ। ਦੁਨੀਆ ਦਾ ਦਸਤੂਰ ਹੈ। ਬਿਲਕੁਲ। ਪਰ ਸਾਡਾ ਪਰਿਵਾਰ ਧਾਰਮਿਕ ਸੀ, ਅਸੀਂ ਇਹ ਸਮਝਦੇ ਸੀ ਵੀ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਔਰ 11 MP ਬਣਾਤੇ ਤੇ 11 MPਆਂ ਨੂੰ ਅਸੀਂ ਆਖਿਆ ਜਾ ਕੇ ਤੁਸੀਂ ਉੱਥੇ ਜਿਹੜਾ ਆਪਣੇ ਤੇ ਪੰਜਾਬ 'ਚ ਜ਼ੁਲਮ ਹੋ ਰਿਹਾ, ਤੁਸੀਂ ਜਾ ਕੇ ਹਿੰਦੁਸਤਾਨ ਦੀ ਵੱਡੀ ਕਚਹਿਰੀ ਜਿਹੜੀ ਆ ਪਾਰਲੀਮੈਂਟ, ਉੱਥੇ ਸਿੱਖਾਂ ਦਾ ਕੇਸ ਰੱਖੋ ਜੀ। ਅਫਸੋਸ ਕਿ ਉਹ ਕਿਰਪਾਨ ਦਾ ਮਸਲਾ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਬਹਿ ਗਏ, ਨਾਲ ਧਿਆਨ ਸਿੰਘ ਮੰਡ ਰਲ ਗਏ ਔਰ ਇਹਨਾਂ ਨੇ ਅੰਦਰ ਜਾਣ ਦੀ ਬਜਾਏ ਉਹ ਕਿਰਪਾਨ ਹੀ ਹੱਥ 'ਚ ਫੜ ਛੱਡੀ। ਇਹ ਅੰਦਰ ਗਏ ਹੀ ਨਾ। ਉਹ ਮੇਰੇ ਖਿਆਲ ਉਸ ਟਾਈਮ ਤੇ ਉਹ ਰਾਜਾ ਬਣਿਆ ਸੀ, ਮੈਨੂੰ ਹੁਣ ਨਾਮ ਵਿਸਰ ਗਿਆ, ਸੌਰੀ ਇਸ ਗੱਲ ਦੀ। ਜੀ ਜੀ। ਉਹਨੇ ਸੱਦਾ ਦਿੱਤਾ ਇਹਨਾਂ ਨੂੰ ਵੀ ਤੁਸੀਂ ਅੰਦਰ ਆਓ ਔਰ ਦੇਵੀ ਲਾਲ ਡਿਪਟੀ ਮੁੱਖ ਮੰਤਰੀ ਬਣਿਆ ਜੀ ਉੱਥੇ ਆਪਣੇ ਉਹ ਸਰਕਾਰ ਦੇ ਡਿਪਟੀ ਵਿੱਚ। ਸਪੀਕਰ ਨਹੀਂ, ਡਿਪਟੀ ਪ੍ਰਧਾਨ ਮੰਤਰੀ। ਅੱਛਾ ਡਿਪਟੀ ਪ੍ਰਧਾਨ ਮੰਤਰੀ ਬਣਿਆ ਸੀ। ਅੱਛਾ ਅੱਛਾ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਵੀ ਦੇਵੀ ਲਾਲ ਮੇਰੇ ਤੋਂ ਟਿਕਟ ਮੰਗਣ ਵੀ ਆਇਆ ਹੈ ਫਿਰੋਜ਼ਪੁਰ ਦੀ, ਜੀ 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 ਜੀ। ਜਿਹੜਾ ਇੱਥੋਂ ਅਸੀਂ ਨਹੀਂ ਦਿੱਤੀ, ਧਿਆਨ ਸਿੰਘ ਮਾਨ ਨੂੰ ਮੈਂ ਦਿੱਤੀ। ਬਿਲਕੁਲ ਬਿਲਕੁਲ। ਅਸੀਂ ਸਮਝਦੇ ਹਾਂ ਕਿ ਸਾਡੇ ਜਿਹੜੇ ਸੰਸਦ ਜਿਹੜੇ ਉਸ ਸਮੇਂ ਕਹੀਏ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਉਹਨੇ ਇੱਕ ਵਾਰੀ ਸਾਬਤ ਕਰ ਦਿੱਤਾ ਕਿ ਜਿਹੜਾ ਪੂਰਾ ਪੰਜਾਬ ਹੈ ਉਹਨਾਂ ਨੂੰ ਦਿਲੋਂ ਜਾਨ ਦੇ ਨਾਲ ਕਿੱਦਾਂ ਚਾਹੁੰਦਾ ਹੈ, ਕਿਉਂਕਿ ਸੰਸਦ ਦੇ ਵਿੱਚ ਪਹੁੰਚਣਾ ਕੋਈ ਖਾਲਾਈ ਦਾ ਵਾੜਾ ਨਹੀਂ ਹੁੰਦਾ, ਕਿਉਂਕਿ ਇਹਦੇ ਵਿੱਚ ਹਰ ਧਰਮ ਦੀਆਂ ਵੋਟਾਂ, ਹਰ ਧਰਮ ਦੀਆਂ ਇਹਦੇ 'ਚ ਚਾਹੀਦੀਆਂ ਨੇ। ਪਿੰਡਾਂ 'ਚੋਂ, ਸ਼ਹਿਰਾਂ 'ਚੋਂ, ਹਿੰਦੂ, ਮੁਸਲਿਮ, ਸਿੱਖ, ਈਸਾਈ, ਫਿਰ ਜਾ ਕੇ ਕਿਤੇ MP ਜਿੱਤਦਾ। ਅਸੀਂ ਕਹੀਏ ਤਾਂ ਸਿਰਫ ਇੱਕ ਸਿੱਖੀ ਦੇ ਹਿਸਾਬ ਨਾਲ ਵੀ ਸਿੱਖ ਵੋਟ ਬੈਂਕ ਨਾਲ MP ਜਿੱਤ ਜੇਗਾ ਤਾਂ ਬਹੁਤ ਔਖਾ ਹੈ। ਤਾਂ ਇੱਥੋਂ ਅੰਦਾਜ਼ਾ ਲਗਾਓ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮਾਣ ਸਤਿਕਾਰ ਹਰ ਪਾਸੇ ਕਿੰਨਾ ਸੀ, ਸਾਰੇ ਧਰਮਾਂ ਦੇ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਸੀ। ਸੋ ਅੱਜ ਦੇ ਹਾਲਾਤ ਨੂੰ ਬਿਲਕੁਲ ਅਸੀਂ ਹੁਣ ਵਾਈਂਡ ਅਪ ਵਾਲੇ ਪਾਸੇ ਜਾ ਰਹੇ। ਸੋ ਅੱਜ ਦੇ ਹਾਲਾਤ ਜਿਹੜੇ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾਂ ਵੀ ਕਈਆਂ ਨੂੰ ਪੂਰਾ ਨਹੀਂ ਆਉਂਦਾ, ਕੱਲੀ ਇੰਨੇ ਹੀ ਬੋਲਦੇ ਨੇ ਸਿੱਖ ਸਟੂਡੈਂਟ ਫੈਡਰੇਸ਼ਨ, ਆਲ ਇੰਡੀਆ ਵੀ ਲਾ ਦਿੰਦੇ ਨਾਲੋਂ। ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਕਿਤੇ ਹੁਣ ਕਿ ਜਾਂ ਜਿਹੜੇ ਇਹੋ ਜਿਹੀ ਗੱਲ ਤੁਸੀਂ ਕਰਦੇ ਜਿਹਦਾ ਨਾਮ ਨਹੀਂ ਆਉਂਦਾ ਲੈਣਾ, ਇਹ ਵੈਸੇ ਲੋਕ ਆ ਗਏ ਨੇ ਜਿਨ੍ਹਾਂ ਦਾ ਕੋਈ ਕੁਰਬਾਨੀ ਨਹੀਂ, ਕੋਈ ਇਹਨਾਂ ਦੀ ਜੇਲ੍ਹ ਨਹੀਂ, ਕੋਈ ਇਹਨਾਂ ਦਾ ਲੋਕਾਂ ਦਾ ਕਈਆਂ ਦਾ ਪਿਛੋਕੜ ਨਹੀਂ। ਥੋੜੇ ਜਿਹੇ ਬੰਦੇ ਹੈਗੇ ਨੇ ਜਿਹੜੇ ਜੀ ਜੀ ਅਜੇ, ਜਿਸ ਤਰ੍ਹਾਂ ਡਾਕਟਰ ਮਨਜੀਤ ਸਿੰਘ ਭੋਮਾ ਜੀ, ਗਰੇਵਾਲ ਜੀ, ਇਹ ਲੋਕ ਸਾਡੇ ਨਾਲ ਜੇਲ੍ਹਾਂ 'ਚ ਰਹੇ ਨੇ, ਜੀ ਜੀ, ਇਹਨਾਂ ਦਾ ਪਿਛੋਕੜ ਹੈਗਾ। ਲੇਕਿਨ ਇਹ ਹਾਲਾਤ ਕਿਉਂ ਬਣੇ, ਇਹਦੇ ਤੇ ਆਖੋ ਤਾਂ ਮੈਂ ਤੁਹਾਨੂੰ ਇਹ ਦੱਸ ਸਕਦਾ ਜੀ। ਨਹੀਂ ਬਿਲਕੁਲ, ਮੈਂ ਸਿਰ ਸਵਾਲ ਆਪਾਂ ਉੱਤੇ ਬਹੁਤ ਗਹਿਰੀ ਚਿੰਤਾ ਦਾ ਵਿਸ਼ਾ ਹੈ। ਕਾਰਨ ਇਹ ਹੈਗਾ ਕਿ ਇਸ ਵੇਲੇ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਸਮੇਂ ਦੇ ਕਰਕੇ, ਸਮੇਂ ਦੀ ਘਾਟ ਕਰਕੇ ਆਪਾਂ ਮੋਟੀ ਅਗਰ ਪੰਛੀ ਝਾਤ ਮਾਰ ਲਈ ਮੈਂ ਪੰਛੀ ਝਾਤ, ਕਿਉਂਕਿ ਤੇ ਫੈਡਰੇਸ਼ਨ ਦਾ ਤੇ ਟਕਸਾਲ ਦਾ ਇਤਿਹਾਸ ਬੜਾ ਵਿਲੱਖਣ ਹੈ ਜੀ ਜੀ, ਥੋੜੇ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਜੀ। ਲੇਕਿਨ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਦਾ ਹੈ ਕਿ ਜਦੋਂ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੋ ਗਈ ਜੀ, ਤੇ ਉਹ ਬਾਅਦ ਵਿੱਚ 1991 ਵਿੱਚ ਇਲੈਕਸ਼ਨ ਆ ਗਈ ਦੂਸਰੀ ਅਸੈਂਬਲੀ ਦੀ, ਪੰਜਾਬ ਜੀ 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 ਜੀ। ਆਪਾਂ ਇਹ ਬਿਲਕੁਲ ਜਿਹਦੀ ਮੁੱਖ ਮੰਤਰੀ ਵਾਲਾ ਇਸ਼ੂ ਸੀ, ਆਪਾਂ ਇਹਨੂੰ ਨਾਲ ਹੀ ਜੋੜਾਂਗੇ ਹੁਣੇ ਹੀ। ਤੇ ਸਿਰਫ ਹੁਣ ਦੀ ਹਾਲਾਤ ਆਪਾਂ ਕਰੀਏ ਤਾਂ ਕੀ ਤੁਹਾਨੂੰ ਲੱਗਦਾ ਜੀ ਆਲ ਇੰਡੀਆ ਦੇ ਹਾਲਾਤਾਂ ਨੂੰ ਵਿਚਾਰਨ ਤੋਂ ਪਹਿਲਾਂ ਪੁਰਾਤਨ ਇਤਿਹਾਸ ਜਿਹੜਾ ਹੈ ਉਹ ਦੱਸਣਾ ਪਊ ਵੀ ਇਹ ਕੰਗਾਰ ਤੇ ਕਿਉਂ ਆਈ, ਕਿਹਨੇ ਲਿਆਂਦੀ ਹੈ? ਜੀ ਮੈਨੂੰ ਅਸੀਂ ਬਿਲਕੁਲ ਜਾਣਨਾ ਚਾਹੁੰਦੇ ਸੀ ਤੁਹਾਡੇ ਕੋਲੋਂ, ਅਸੀਂ ਕਿਉਂਕਿ ਸਾਨੂੰ ਪਤਾ ਕਿ 2 ਵਾਰ ਮੁੱਖ ਮੰਤਰੀ ਦਾ ਅਹੁਦਾ ਆਂਦਾ ਤੁਸੀਂ ਜਿਹੜਾ ਠੋਕਰ ਮਾਰੀ ਹੈ ਉਹਨੂੰ, 2 ਵਾਰੀ ਮੁੱਖ ਮੰਤਰੀ ਬਣਦੇ ਤੁਸੀਂ ਰਹਿ ਗਏ ਹੋ। ਉੱਤੇ ਵੀ ਆਪਾਂ ਚਾਹੁੰਦੇ ਸੀ ਕਿ ਸਪੈਸ਼ਲ ਐਪੀਸੋਡ ਜਿਹੜਾ, ਕਿਉਂਕਿ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਕੁਝ ਲੰਬੀਆਂ ਗੱਲਾਂ ਨੇ, ਜੇ ਮੋਟੀ ਕਰਾਂਗੇ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਆਣੀ, ਦਰਸ਼ਕਾਂ ਨੂੰ ਪਤਾ ਨਹੀਂ ਲੱਗਣਾ, ਦੋਨਾਂ ਚੀਜ਼ਾਂ ਦਾ ਹੀ। ਬਸ ਮੈਂ ਇਹ ਜੋ ਫੈਡਰੇਸ਼ਨ ਨਾਲ ਜੁੜਿਆ ਇਹ ਐਪੀਸੋਡ ਹੈ, ਇਹਦੇ ਤੇ ਆਪਾਂ ਇਹੀ ਝਾਤੀ ਮਾਰੀ ਕਿ ਕਿੰਨੇ ਸਾਲਾਂ ਤੋਂ ਇਹ ਜੋ ਗਿਰਾਵਟ ਦੇਖਣ ਦੇ ਵਿੱਚ ਮਿਲੀ, ਜਾਂ ਇਹ ਲੋਕਪ੍ਰਿਯਤਾ ਜਿਹੜੀ ਹੈ ਫੈਡਰੇਸ਼ਨ ਦੀ ਘਟਦੀ। ਇਹ 1992 ਦੇ ਬਾਈਕਾਟ ਤੋਂ ਬਾਅਦ ਸ਼ੁਰੂ ਹੋ ਗਈ ਸੀ ਜੀ। 92 ਦਾ ਜਿਹੜਾ ਬਾਈਕਾਟ, 91 ਦੀ ਇਲੈਕਸ਼ਨ ਅਸੀਂ ਜਿਹੜੀ ਆ ਨਾ ਜੀ ਜੀ, ਉਹ ਸਾਡੇ ਜਿਹੜੇ ਖਾੜਕੂ ਨੌਜਵਾਨ ਸੀ ਨਾ ਪੰਜਾਬ ਦੀ ਫਿਜ਼ਾ 'ਚ, ਮੈਂ ਸਾਰਿਆਂ ਕੋਲੇ ਗਿਆ ਸੀਗਾ, ਹੱਥ ਜੋੜੇ, ਤੁਸੀਂ ਇਹ ਲੜਾਈ ਜਿਹੜੀ ਆ ਇਹਨੂੰ ਥੋੜਾ ਜਿਹਾ ਚਿਰ ਆਪਣੇ ਨੂੰ ਬੰਦ ਕਰਕੇ
ਜਾਂ ਤੁਸੀਂ ਆਪਣੀ ਲੜਾਈ ਲੜੀ ਚਲੋ, ਲੇਕਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅੰਡਰਗਰਾਉਂਡ ਨਾ ਕਰੋ। ਇਹ ਲੋਕਾਂ ਦੇ ਪਬਲਿਕਲੀ ਨੂੰ ਵਿਚਰਨ ਦਿਓ, ਸਟੂਡੈਂਟਾਂ 'ਚ ਵਿਚਰਨ ਦਿਓ, ਇਹ ਸਿੱਖੀ ਦਾ ਪ੍ਰਚਾਰ ਕਰੇ। ਔਰ ਇਹ ਹਰਿਆਵਲ ਦਸਤੇ ਵਾਂਗੂ ਜਿਸ ਤਰ੍ਹਾਂ ਪਹਿਲਾਂ ਵਿਚਰਦੀ ਸੀ ਉਸ ਤਰ੍ਹਾਂ ਹੀ ਵਿਚਰੇ, ਜਿਸ ਤਰ੍ਹਾਂ ਅਕਾਲੀ ਦਲ ਨਾਲ ਵਿਚਰਦੀ ਆ, ਸੰਤ ਜਰਨੈਲ ਸਿੰਘ ਨਾਲ ਵਿਚਰਦੀ ਰਹੀ ਆ, ਭਾਈ ਅਮਰੀਕ ਸਿੰਘ ਦੀ ਅਗਵਾਈ 'ਚ ਵਿਚਰਦੀ ਜੀ, ਬਿਲਕੁਲ ਬਿਲਕੁਲ। ਪਰ ਉਹ ਮੇਰੀ ਉਹ ਗੱਲ ਨੂੰ ਮੰਨੇ ਨਹੀਂ ਸੀ। ਜੀ ਜੀ। ਜਦੋਂ ਨਹੀਂ ਮੰਨੇ ਤੇ ਫੈਡਰੇਸ਼ਨ ਨੂੰ ਅੰਡਰਗਰਾਉਂਡ ਨਾਲ ਕਰਤਾ, 4 ਜਥੇਬੰਦੀਆਂ ਬਣਾ ਲਈਆਂ, ਨਾਲ ਫੈਡਰੇਸ਼ਨ ਵੀ ਜਿਹੜੀ ਸੀ ਉਹ ਵੀ ਨਾਲ ਜੁੜ ਗਈ। ਤੇ ਫੈਡਰੇਸ਼ਨ ਤੇ ਬਾਅਦ ਵਿੱਚ ਜਿਹੜਾ ਜ਼ੁਲਮ ਤਸ਼ੱਦਦ ਹੁੰਦਾ ਰਿਹਾ ਉਹ ਇਸੇ ਕਰਕੇ ਨਾਲ ਹੁੰਦਾ ਸੀ ਕਿ ਇਹ ਅੰਡਰਗਰਾਉਂਡ ਜ਼ਿੰਮੇਵਾਰੀਆਂ ਚੁੱਕਣ ਡਿਆ ਵੀ ਫੈਡਰੇਸ਼ਨ ਵੀ, ਜਦੋਂ ਕਿ ਫੈਡਰੇਸ਼ਨ ਦਾ ਇਹ ਕੋਈ ਮਕਸਦ ਨਹੀਂ ਸੀ। ਜੀ ਜੀ ਜੀ। ਲੋਕਾਂ 'ਚ ਸਿਰਫ ਸਿੱਖੀ ਭਾਵਨਾ ਪੈਦਾ ਕਰਨੀ, ਸਿੱਖ ਜਜ਼ਬਾ ਪੈਦਾ ਕਰਨਾ, ਸਿੱਖ ਇਤਿਹਾਸ ਨੂੰ ਲੋਕਾਂ ਨੂੰ ਦੱਸਣਾ, ਇਹ ਸੀ। ਲੇਕਿਨ ਉਹ ਗੱਲ ਸਾਡੀ ਜਿਹੜੀ ਮੇਰੀ ਉਹ ਨੌਜਵਾਨਾਂ ਨੇ ਨਹੀਂ ਜਿਹੜੀ ਜੀ ਬਿਲਕੁਲ। ਉਹ ਨੌਜਵਾਨ ਜਿਹੜੇ ਸੀਗੇ ਉਹ ਸ਼ਾਇਦ ਪੋਲੀਟੀਕਲ ਤਾਕਤ ਨੂੰ ਅਣਜਾਣ ਸੀ, ਉਹਨਾਂ ਦੇ ਉੱਪਰ ਹੋ ਰਿਹਾ ਤਸ਼ੱਦਦ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹ ਜੋ ਕੁਝ ਵੀ ਵਾਪਰ ਰਿਹਾ ਉਹਨਾਂ ਦੇ ਨਾਲ, ਉਹ ਰਾਜਨੀਤੀ ਕਰਨ ਵਾਲੇ ਜਿਹੜੇ ਲੋਕ ਨੇ ਉਹਦੀ ਰਾਜਨੀਤੀ ਦੀ ਦੁਰਵਰਤੋਂ ਕਰਦੇ ਹੋਏ ਉਹਨਾਂ ਦੇ ਨਾਲ ਉਹ ਤਸ਼ੱਦਦ ਜਿਹੜਾ ਰਾਜਨੀਤਿਕ ਹੀ ਇੱਕ ਗੰਦੀ ਖੇਡ ਸੀ ਉਹਦੇ ਨਾਲ ਹੀ ਉਹ ਕੰਮ ਸਾਰਾ ਹੋ ਰਿਹਾ ਸੀਗਾ। ਪਰ ਉਹਨਾਂ ਲੋਕਾਂ ਨੇ ਆਪਣਾ ਜਿਹੜਾ ਰਾਜਨੀਤਿਕ ਵਿੰਗ ਸੀ ਉਹਨੂੰ ਪ੍ਰਮੋਟ ਨਹੀਂ ਹੋਣ ਦਿੱਤਾ, ਜਿਸ ਦਾ ਨਤੀਜਾ ਸਾਫ਼ ਸੀ ਕਿ ਉਹ ਖੁਦ ਸਾਫ਼ ਹੋ ਗਏ। ਪਰ ਉਹਨਾਂ ਨੂੰ ਅੱਜ ਜਿਹੜਾ ਹੈ ਜੀ ਜਾਂ ਤਾਂ ਬਹੁਤ ਸਾਰੇ ਜੇਲ੍ਹਾਂ 'ਚ ਸੜ ਗਏ, ਜਾਂ ਬਹੁਤ ਸਾਰੇ ਮੁਕਾਬਲਿਆਂ 'ਚ ਮਾਰੇ ਗਏ, ਜਾਂ ਫਿਰ ਬਹੁਤ ਸਾਰਿਆਂ ਦੇ ਨਾਲ ਐਸੇ ਨੇ ਕਿ ਇਸ ਵੇਲੇ ਉਹਨਾਂ ਦਾ ਅਗਰ ਕਹੀਏ ਤਾਂ ਗੁੰਮਨਾਮ ਨੇ, ਪਤਾ ਹੀ ਨਹੀਂ ਵੀ ਉਹ ਹੈਗੇ ਨਹੀਂ ਹੈਗੇ, ਕਿੱਥੇ ਨੇ ਕਿੱਥੇ ਉਹ ਨਹੀਂ। ਮੈਂ ਬੇਨਤੀ ਕਰਨੀ ਚਾਹੁੰਦਾ ਥੋੜੀ ਜੀ। ਜੀ ਜੇ ਤਾਂ ਅਸੀਂ ਛਡਾਉਣ ਜਾਂਦੇ ਸਾਂ ਜੀ ਤੇ ਪੁਲਿਸ ਵਾਲੇ ਸਾਨੂੰ ਮਾਰਦੇ ਸੀ, ਮੁੰਡਿਆਂ ਨੂੰ ਛਡਾਉਣ ਜਾਣਾ ਪੈਂਦਾ ਸੀ। ਜੀ ਜੀ ਜੀ। ਜੇ ਨਹੀਂ ਹਾਂ ਜਾਂਦੇ ਤੇ ਸਾਨੂੰ ਖਾੜਕੂਆਂ ਦੇ ਸੀ, ਇਹ ਘਰਾਂ 'ਚ ਬੈਠੇ ਮਗਰ ਨਹੀਂ ਕੇ ਜਾਂਦੇ। ਠੀਕ ਹੈ। ਉਧਰੋਂ ਸਾਨੂੰ ਖਾੜਕੂ ਮਾਰਦੇ ਸੀ ਸਾਡੇ ਵੀਰ, ਹਾਂ ਹਾਂ। ਉਧਰੋਂ ਸਾਨੂੰ ਪੁਲਿਸ ਮਾਰਦੀ ਸੀ। ਇੱਕ ਬੰਨੇ ਅਸੀਂ ਖਾੜਕੂਆਂ ਦੀ ਢਾਲ ਬਣ ਕੇ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਸਿਆਸੀ ਬਦਲ ਖੜਾ ਕਰਨਾ ਚਾਹੁੰਦੇ ਸੀ ਜੀ। ਪਰ ਅਫਸੋਸ ਵੀ ਉਹ ਸਾਡੇ ਬੰਦਿਆਂ ਨੇ ਸਾਥੋਂ ਬਾਈਕਾਟ ਵੇਰ ਕੇ ਕਰਾਇਆ ਤੇ ਸਾਨੂੰ ਪਿਛਾਂਹ ਕਰਕੇ ਉਹਨਾਂ ਬੇਅੰਤ ਸਿੰਘ ਨੂੰ ਲੈ ਕੇ ਆਂਦਾ, ਜਿਹੜਾ ਬੁੱਚੜ ਸੀਗਾ ਬੇਅੰਤ ਸਿੰਘ। ਔਰ ਬੇਅੰਤ ਸਿੰਘ ਨੇ ਆਣ ਕੇ ਜਿੰਨਾ ਜ਼ੁਲਮ ਕੀਤਾ KPS ਗਿੱਲ ਨੇ ਰਲ ਕੇ, ਸੰਘਰਸ਼ ਕਿਸੇ ਨੇ ਨਹੀਂ ਖਤਮ ਕੀਤਾ, ਸੰਘਰਸ਼ ਬਾਈਕਾਟ ਵਾਲਿਆਂ ਨੇ ਖਤਮ ਆਪ ਹੀ ਆਪਣਾ ਕੀਤਾ। ਬਿਲਕੁਲ ਬਿਲਕੁਲ। ਉਹਨਾਂ ਨੇ ਵੇਖੋ, ਉਹਨਾਂ ਨੇ ਜਿਹੜਾ ਸਾਨੂੰ ਸਿਆਸੀ ਤੌਰ ਤੇ ਮਾਰਤਾ, ਉਹ ਆਪ ਵਿਚਾਰੇ ਜਿਹੜੇ ਜਿਹਨਾਂ ਨਹੀਂ ਸੀ ਪਤਾ ਇਹ ਪੋਲਿਟਿਕਸ ਦਾ, ਉਹ ਜਾਨੀ ਤੌਰ ਤੇ ਜਿਹੜੇ ਸੀ ਉਹ ਸ਼ਹੀਦ ਹੋ ਗਏ। ਤੇ ਕੁਛ ਅਜੇ ਜਿਹੜੇ ਬਚੇ ਆ ਉਹ ਤੁਹਾਨੂੰ ਤੁਸੀਂ ਗੁੰਮਨਾਮ ਕਹਿ ਹੀ ਦਿੱਤਾ, ਉਹ ਵੀ ਹੁਣ ਵਿਚਾਰੇ ਗੱਲ ਕਰਨ ਦੇ ਸਮਰੱਥ ਨਹੀਂ ਰਹਿ ਗਏ, ਕਿਉਂਕਿ ਜਿਹੜੀਆਂ ਗੱਲਾਂ ਉਹ ਸਾਡੇ ਨਾਲ ਕਰਦੇ ਰਹੇ ਆ, ਸਾਡੇ ਨਾਲ ਹੂ ਆਣ ਕੇ ਕਰਨ, ਤੇ ਉਹ ਉਹਨਾਂ ਗੱਲਾਂ ਤੋਂ ਉਹ ਜਿਹੜੇ ਆ ਝੂਠੇ ਆ। ਜੀ ਬਿਲਕੁਲ। ਤੇ ਆਉਣ ਵਾਲਾ ਭਵਿੱਖ ਕੀ ਲੱਗਦਾ ਹੈ ਜੋ ਅੱਜ ਹਾਲਾਤ ਹੈ? ਅੱਜ ਆਉਣ ਵਾਲਾ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਰੇ ਗਰੁੱਪ ਨੇ, ਜੀ ਜੀ, ਚਾਹੇ ਉਹ ਛੋਟਾ ਜਾਂ ਵੱਡਾ, ਮੈਂ ਸਮਝਦਾ ਵੀ ਸਾਰੇ ਹੀ ਚੰਗੇ ਆ ਜੀ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜਿਹੜੀ ਤੇ ਮੇਰੀ ਉਮਰ ਦੇ ਹੁਣ ਹੋ ਗਏ ਆ ਜੀ ਜੀ, ਉਹ ਅਕਾਲੀ ਦਲ 'ਚ ਚਲ ਜਾਓ। ਆਪਾਂ ਨਾ ਜੇ ਤਾਂ ਫੈਡਰੇਸ਼ਨ ਨੂੰ ਚਲਾਉਣਾ, ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬੜੇ ਨੇ, ਨਹੀਂ 1920 ਵੀ ਹੈ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਹੈ। ਤੁਸੀਂ ਕਿਹਦੇ ਅਕਾਲੀ ਦਲ? ਮੈਂ ਬੇਨਤੀ ਕਰਨੀ ਚਾਹੁੰਦਾ, ਵੇਖੋ ਮੈਂ ਇਹਦੇ 'ਚ ਕੈਟਾਗਰੀਕਲੀ ਕਿਸੇ ਨੂੰ ਨਹੀਂ ਕਹਿਣਾ ਚਾਹੁੰਦਾ, ਕਿਸੇ ਨੂੰ ਆਪਣੇ ਮਾਂ ਬਾਦੀ ਆ ਤੇ ਕਿਸੇ ਨੂੰ ਸਵਾਦੀ ਆ, ਪਤਾ ਨਹੀਂ ਕਿਸੇ ਨੂੰ ਬਾਦੀ ਆ ਕਿ ਸਵਾਦੀ ਆ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਤੁਹਾਡੀ ਕੁਰਬਾਨੀ 2-3 ਸਿੰਘਾਂ ਦੀ ਕੁਰਬਾਨੀ ਹੈਗੀ ਆ, ਬਹੁਤ ਕੁਰਬਾਨੀ, ਜਿਹਦਾ ਮੈਂ ਪਹਿਲਾਂ ਨਾਮ ਹੀ ਲਿਆ ਸੀ, ਪਰ ਉਹਨਾਂ ਦੀ ਵੀ ਮਜਬੂਰੀਆਂ ਨੇ ਕਈ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਕਿਸੇ ਨਾ ਕਿਸੇ, ਜਿੱਥੇ ਤੁਹਾਨੂੰ ਚੰਗਾ ਲੱਗਦਾ, ਫੈਡਰੇਸ਼ਨ ਦਾ ਆਪਾਂ ਉਹ ਨੌਜਵਾਨ ਬਣਾਈਏ ਜਿਹੜਾ ਕਾਲਜ ਵਿੱਚ ਪੜ੍ਹਦਾ ਹੋਵੇ, ਸਾਬਤ ਸੂਰਤ ਹੋਵੇ, ਜਿਹਦਾ ਪਿਛੋਕੜ ਵੀ ਕੋਈ ਨਾ ਕੋਈ ਹੋਵੇ। ਇਹ ਨਾ ਹੋਵੇ ਵੀ ਆਪਾਂ ਜੰਡੂ ਭੰਗੂ ਨੂੰ ਫੜ ਕੇ ਬਣਾ ਦਈਏ, ਉਹਨੂੰ ਸਿੱਖੀ ਸਿਧਾਂਤ ਦਾ ਪਤਾ ਨਾ ਹੋਵੇ, ਉਹਨੂੰ ਕਿਸੇ ਆਪਣੇ ਫੈਡਰੇਸ਼ਨ ਦੀ ਵਿਚਾਰਧਾਰਾ ਦਾ ਪਤਾ ਨਾ ਹੋਵੇ। ਤੇ ਫੈਡਰੇਸ਼ਨਾਂ ਸਾਰੀਆਂ ਜਿਹੜੀਆਂ ਨੇ ਉਹ ਇੱਕ ਹੋ ਕੇ ਅੱਜ ਹੀ ਸਵੇਰ ਤੋਂ ਚੜ੍ਹਦੀ ਕਲਾ ਹੋ ਜਾਊਗੀ। ਜੀ ਜੀ, ਸਵੇਰ ਤੋਂ ਚੜ੍ਹਦੀ ਕਲਾ ਹੋ ਜਾਊਗੀ। ਕਿਉਂਕਿ ਇਹਦਾ ਇਤਿਹਾਸ ਬੜਾ ਹੈ, ਜਿਹਦੇ ਮਗਰ ਭਾਈ ਅਮਰੀਕ ਸਿੰਘ ਦੀ ਕੁਰਬਾਨੀ ਆ, ਭਾਈ ਮਨਜੀਤ ਸਿੰਘ ਸ਼ੁਰੂਆਤ, ਜਿਹਦੇ ਮਗਰ ਸਾਡੀਆਂ ਜੇਲ੍ਹਾਂ ਨੇ, ਜਿਹਦੇ ਮਗਰ ਸਾਡਾ ਤਸ਼ੱਦਦ ਆ। ਮੈਂ ਕਿਹਾ ਭਾਈ ਮਨਜੀਤ ਸਿੰਘ ਦੇ ਸਮੁੱਚੇ ਪਰਿਵਾਰ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ, ਬਹੁਤ ਵੱਡੀ ਕੁਰਬਾਨੀ ਹੈ। ਇਹਦੀ ਸ਼ੁਰੂਆਤ ਭਾਈ ਮਨਜੀਤ ਸਿੰਘ ਤੋਂ ਹੋ ਸਕਦੀ ਹੈ। ਤੁਸੀਂ ਨਿੱਤਰ ਕੇ ਮੈਦਾਨ ਦੇ ਵਿੱਚ ਆਓਗੇ, ਆਣ ਕੇ ਲੋਕਾਂ ਦੇ ਕੋਲ ਜਾ ਕੇ ਪ੍ਰਧਾਨਾਂ ਕੋ, ਅਸੀਂ ਹੁਣ ਇਸ ਚੈਨਲ ਦੇ ਜਰੀਏ ਤੁਸੀਂ ਅਪੀਲ ਕਰ ਦਿੱਤੀ ਹੈ, ਨਿੱਜੀ ਤੌਰ ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਮੈਂ ਸਾਰਿਆਂ ਕੋਲੇ ਜਾਣ ਨੂੰ ਤਿਆਰ ਆ ਜੀ। ਮੈਂ ਨੰਗੇ ਪੈਰੀ ਵੀ ਜਾਊਂਗਾ, ਗਲ 'ਚ ਪੱਲਾ ਪਾ ਕੇ ਵੀ ਜਾਊਂਗਾ ਜੀ, ਔਰ ਉਹਨਾਂ ਨੂੰ ਇਹ ਬੇਨਤੀ ਵੀ ਜਾ ਕੇ ਕਰੂੰਗਾ ਕਿ ਆਪਾਂ ਫੈਡਰੇਸ਼ਨ ਜਿਹੜੀ ਆ ਨਾ ਉਹਨੂੰ ਇੱਕ ਰਹਿਣ ਦੇਈਏ। ਜੇ ਪੰਜਾਬ ਦੇ ਵਿੱਚੋਂ ਨੌਜਵਾਨ ਅੱਜ ਬਾਹਰ ਜਾ ਰਿਹਾ ਜੀ,
ਬਾਹਰ ਜਾ ਕੇ ਪਤਤ ਹੋ ਰਿਹਾ। ਜੀ ਜੀ ਇੱਥੇ ਨੌਜਵਾਨਾਂ ਵਿੱਚ ਜੇ ਫੈਡਰੇਸ਼ਨ ਹੁੰਦੀ ਹੈ ਪ੍ਰਚਾਰ ਕਰਦੀ ਤੇ ਨੌਜਵਾਨ ਜਿਹੜਾ ਸੀ ਉਹ ਨਸ਼ਿਆਂ ਦਾ ਆਦੀ ਨਾ ਹੁੰਦਾ ਜੀ ਔਰ ਜਿਹੜਾ ਨੌਜਵਾਨ ਸੀ ਉਹ ਦਾੜੀ ਕੇਸ ਰੱਖਦਾ, ਸਾਬਤ ਸੂਰਤ ਰਹਿੰਦਾ ਜੀ। ਔਰ ਸਿੱਖੀ ਨਾਲ ਜੁੜ ਕੇ ਰਹਿੰਦਾ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਰਹਿੰਦਾ। ਜੀ ਜੀ ਉਹਦਾ ਫਾਇਦਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੀ, ਉਹਦਾ ਫਾਇਦਾ ਖਾਲਸਾ ਪੰਥ ਨੂੰ ਵੀ ਆ, ਉਹਦਾ ਫਾਇਦਾ ਜਿਹੜਾ ਹੈ ਉਹ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆ। ਜੀ 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 ਬਹੁਤ ਵੱਡੀ ਲੋੜ ਆ, ਬਹੁਤ ਵੱਡੀ ਲੋੜ ਆ ਜੀ। ਔਰ ਬਣਾਉਣਾ ਪਊ, ਹਨੇਰੇ ਬਣਾਉਣਾ ਪਊ, ਸਵੇਰੇ ਬਣਾਉਣਾ ਪਊ, ਇਹ ਸਾਨੂੰ ਕਰਨਾ ਪਊਗਾ। ਜਿਹੜਾ ਮੈਂ ਗੱਲ ਬੇਨਤੀ ਕਰ ਇਹ ਬਹੁਤ ਵੱਡੀ ਦਿਲ ਦੀ ਪੀੜਾ ਜਿਹੜੀ ਹੈ ਉਹ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਨੇ ਸਾਂਝੀ ਕੀਤੀ। ਜੋ ਪੰਥ ਨੂੰ, ਕੌਮ ਨੂੰ ਇਸ ਵੇਲੇ ਜਿਸ ਚੀਜ਼ ਦੀ ਸਭ ਤੋਂ ਸਖਤ ਜ਼ਰੂਰਤ ਹੈ ਉਹ ਹੈਗੀ ਹੈ ਸਾਂਭਣ ਦੀ, ਸੰਭਾਲਣ ਦੀ, ਗੋਦ 'ਚ ਲੈ ਕੇ ਉਹਦਾ ਸਿਰ ਪਲੋਸਣ ਦੀ। ਜਿਹੜੇ ਨੌਜਵਾਨ ਨੇ ਉਹਨਾਂ ਦੇ ਅੰਦਰ ਸਿੱਖੀ ਦਾ ਦੀਵਾ ਜਗਾਉਣ ਦੀ, ਉਹਨਾਂ ਦੇ ਅੰਦਰ ਸਿੱਖੀ ਦੀ ਸੋਚ ਜਗਾਉਣ ਦੀ, ਉਹਨਾਂ ਦੇ ਨਾਲ ਸ਼ਹੀਦਾਂ ਦੀਆਂ ਚਰਚਾਵਾਂ ਕਰਨ ਦੀ, ਸ਼ਹੀਦਾਂ ਦੀਆਂ ਗੱਲਾਂ ਕਰਨ ਦੀ, ਸ਼ਹੀਦਾਂ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਕਰਨ ਦੀ ਇਹਦੀ ਸਖਤ ਲੋੜ ਹੈ। ਇਹ ਸਿਰਫ ਜਿਨ੍ਹਾਂ ਨੇ ਤਨਾਂ 'ਤੇ ਇਹ ਕਸ਼ਟ ਹੰਡਾਏ ਨੇ, ਜਿਨ੍ਹਾਂ ਨੂੰ ਕੀਮਤ ਚੁਕਾਉਣੀ ਪਈ ਹੈ, ਬਹੁਤ ਭਾਰੀ ਕੀਮਤ ਚੁਕਾਉਣੀ ਪਈ ਹੈ ਇਸ ਚੀਜ਼ ਦੀ ਕਿ ਉਹ ਸ਼ਹੀਦ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ। ਔਰ ਉਹਨਾਂ ਨੇ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਉਹਦਾ ਸੱਚਾ ਔਰ ਸੁੱਚਾ ਰਸਤਾ ਜਿਹੜਾ ਉਹਨੂੰ ਅਪਣਾ ਕੇ ਉਸ ਰਸਤੇ 'ਤੇ ਚੱਲ ਕੇ ਆਪਣੇ ਤਨ 'ਤੇ ਬਹੁਤ ਵੱਡੇ ਕਸ਼ਟ ਸਹੇ। ਸੋ ਉਮੀਦ ਹੈ ਕਿ ਇਸ ਵੇਲੇ ਭਾਈ ਮਨਜੀਤ ਸਿੰਘ ਜੀ ਹੁਣਾਂ ਨੇ ਸਮੁੱਚੀਆਂ ਫੈਡਰੇਸ਼ਨਾਂ ਨੂੰ ਇੱਕ ਅਪੀਲ ਤੇ ਕਰ ਦਿੱਤੀ ਹੈ ਕਿ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਆਓ ਇਸ ਸਿੱਖੀ ਦੀ ਜਿਹੜਾ ਬੂਟਾ ਹੈ, ਇਸ ਸਿੱਖੀ ਦਾ ਬਾਗ ਹੈ ਜਿਹੜਾ ਅੱਜ ਨੂੰ ਦੁਬਾਰਾ ਜਿਹਦੇ 'ਚ ਭਾਈ ਅਮਰੀਕ ਸਿੰਘ ਦਾ ਖੂਨ ਜਿਹੜੇ ਬੂਟੇ ਨੂੰ ਪਿਆ ਹੈ। ਜੀ ਜੀ ਪਾਣੀ ਨਹੀਂ ਪਿਆ, ਖੂਨ ਪਿਆ ਇਹਦੇ 'ਚ। ਜੀ, ਜੀ। ਪਰ ਕੱਲਾ ਉਹਨਾਂ ਦਾ ਨਹੀਂ ਪਿਆ, ਹਜ਼ਾਰਾਂ ਨੌਜਵਾਨਾਂ ਦਾ ਪਿਆ ਹੈ। ਜੀ। ਟਕਸਾਲ ਦਾ ਪਿਆ ਹੈ, ਟਕਸਾਲ ਦੇ ਮੁਖੀ ਦਾ ਪਿਆ ਹੈ, ਸੰਤ ਬਾਬਾ ਕਰਤਾਰ ਸਿੰਘ ਦਾ ਖੂਨ ਵੀ ਪਿਆ। ਜੀ। ਇਹਨੂੰ ਆਪਾਂ ਐਵੇਂ ਨਾ ਸਮਝ ਲਈਏ ਵੀ ਜੀ, ਇਹ ਫੈਡਰੇਸ਼ਨ ਜਾਂ ਬਿਲਕੁਲ। ਟਕਸਾਲ ਕੋ ਐਵੇਂ ਜਥੇਬੰਦੀ ਆ। ਜੀ। ਸੋ ਉਸ ਖੂਨ ਦੇ ਉੱਤੇ ਆਪਾਂ ਤਰਸ ਕਰਦੇ ਹੋਏ ਆਪਾਂ ਆਪਣੇ ਜਿਹੜੇ ਨਿੱਜੀ ਲਾਭ ਨੇ ਜੀ ਉਹਨਾਂ ਨੂੰ ਛੱਡ ਦਈਏ। ਜੀ, ਬਿਲਕੁਲ। ਜਿਹੜੇ ਫੈਡਰੇਸ਼ਨ ਦੇ ਧੜੇ ਬਣੇ ਆ ਨਾ ਅੱਜ, ਇਹ ਨਿੱਜੀ ਲਾਭਾਂ ਕਰਕੇ ਬਣੇ ਆ। ਜੀ। ਮਜਬੂਰੀਆਂ ਕਰਕੇ, ਨਿੱਜੀ ਲਾਭਾਂ ਜੀ। ਕਰਕੇ। ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ, ਕਿਉਂਕਿ ਮੈਂ ਵਕਤ ਸਿਰ ਫੈਡਰੇਸ਼ਨ ਛੱਡੀ ਸੀ। ਜੀ ਮੈਂ ਫੈਡਰੇਸ਼ਨ ਦਾ ਜੇ ਪ੍ਰਧਾਨ ਹੁਣ ਤੱਕ ਰਹਿ ਸਕਦਾ ਸੀ। ਜੀ। ਮੈਂ ਵਕਤ ਸਿਰ ਫੈਡਰੇਸ਼ਨ ਛੱਡੀ ਸੀ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਨੁਮਾਇੰਦਗੀ ਕਰਨ ਦਾ ਆਪਾਂ ਟਾਈਮ ਦਈਏ, ਸਮਾਂ ਜ਼ਰੂਰੀ ਹੈ ਜੀ। ਔਰ ਇਹਦੇ ਨਾਲ ਹੀ ਆਪ ਜੀ ਤੋਂ ਲੈਣੇ ਅਸੀਂ ਇਜਾਜ਼ਤ। ਉਮੀਦ ਰੱਖਦੇ ਹਾਂ ਜੀ ਆਪ ਜੀ ਦੇ ਵਿਚਾਰਾਂ ਦੇ ਨਾਲ ਸਮੁੱਚਾ ਸਿੱਖ ਜਗਤ, ਪੰਥ ਔਰ ਖਾਸ ਕਰਕੇ ਦਰਸ਼ਕ ਵੀ ਸਹਿਮਤ ਹੋਣਗੇ। ਔਰ ਜਿਹੜੇ ਮੇਰੇ ਵੀਰ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਇਲਾਵਾ ਜਿਹੜੇ ਬਾਕੀ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਨਾਲ ਜੁੜੇ ਹੋਏ ਸਿੰਘ ਨੇ, ਉਹ ਆਣ ਕੇ ਭਾਈ ਮਨਜੀਤ ਸਿੰਘ ਜੀ ਹੁਣਾਂ ਦੇ ਨਾਲ ਮੈਂ ਨਾ ਇੱਕ ਮੀਟਿੰਗ ਵੀ ਕਾਲ ਕਰੂੰਗਾ। ਜੀ ਬਾਅਦ ਵਿੱਚ ਮੈਂ ਇੱਕ ਮੀਟਿੰਗ ਵੀ ਕਾਲ ਕਰੂੰਗਾ ਇਹਨਾਂ ਦੀ। ਜੀ, ਜੀ, ਜੇ ਘਰ ਜਾਣਾ ਪਿਆ, ਕਿਸੇ ਨੂੰ ਹੱਥ ਜੋੜਨਾ ਪਿਆ, ਮੈਂ ਹੱਥ ਵੀ ਜੋੜਨ ਨੂੰ ਤਿਆਰ। ਜੀ। ਨਵੀਂ ਸਵੇਰ ਆ ਰਹੀ ਹੈ ਸਿੱਖ ਕੌਮ ਵਾਸਤੇ, ਸਿੱਖ ਯੂਥ ਵਾਸਤੇ। ਸੋ ਭਾਈ ਮਨਜੀਤ ਸਿੰਘ ਜੀ ਲੈ ਕੇ ਆ ਰਹੇ ਨੇ, ਕਿਉਂਕਿ ਸ਼ਹੀਦਾਂ ਦੇ ਖੂਨ ਦੀ ਕਦਰ ਕਰਨੀ ਜਿਹੜੀ ਹੈ, ਡੁੱਲੇ ਹੋਏ ਖੂਨ ਦੀ, ਬਹੁਤ ਜ਼ਰੂਰੀ ਹੈ। ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ, ਇਹ ਕੋਈ ਰਾਹ ਚੱਲਦੀ ਜਿਹੜੀ ਫੈਡਰੇਸ਼ਨ ਹੈ ਉਹ ਨਹੀਂ ਹੈਗੀ। ਇਹ ਖੂਨ ਨਾਲ ਸਿੰਜੀ ਹੋਈ ਜਿਹੜੀ ਫੈਡਰੇਸ਼ਨ ਹੈ ਉਹ ਫੈਡਰੇਸ਼ਨ। ਆਓ ਭਾਈ ਮਨਜੀਤ ਸਿੰਘ ਹੋਣਾ ਦੇ ਵਿਚਾਰਾਂ ਨਾਲ ਅਗਰ ਤੁਸੀਂ ਸਹਿਮਤ ਹੋ ਤਾਂ ਆਓ ਇਹਨਾਂ ਦਾ ਸਾਥ ਦਿਓ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖੀ ਦੀ ਜੋ ਸ਼ਾਖ ਕਮਜ਼ੋਰ ਹੋਈ ਹੈ, ਆਓ ਨੂੰ ਮਜ਼ਬੂਤ ਕਰੀਏ। ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ 13 ਸੀਟਾਂ ਦੇ ਵਿੱਚੋਂ ਉਮੀਦ ਕਰੀਏ ਕਿ ਫਿਰ ਭਾਈ ਮਨਜੀਤ ਸਿੰਘ ਜੀ ਹੁਣੇ 13 ਦੇ ਵਿੱਚੋਂ 13 ਦੀਆਂ 13 ਸੀਟਾਂ ਜਿਹੜੀਆਂ ਨੇ ਸੈਂਟਰ ਸਰਕਾਰ ਜਿਹੜੀ ਕੇਂਦਰ ਹੈ ਉੱਥੇ ਪਹੁੰਚਾਉਣ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ।